ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਗੰਗਮ ਪਦ ਪੰਕਜ ਨੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰ ਦਾਸ ਗੁਰ ਬਿਰਦਿ ਆਵੋ ਬਿਰਦਿ ਆਵੋ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮ ਕਰ ਜੋਰੀ ਨਮ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਾਈ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਵੰਦੋ ਬਾਰ ਬਾਰ ਜਗਦੀਸਾ ਕ੍ਰਿਸ਼ਨ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਗੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਨੀਰ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਅਤੇ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸ਼ਰਵਣ ਕਰ ਰਹੇ ਹਾਂ। ਜਿਸ ਸਮੇਂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪੰਜਾਂ ਗੁਰੂ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ ਸਾਰੀ ਗੁਰਬਾਣੀ ਲਿਖਵਾ ਦਿੱਤੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਗਾਂ ਦੇ ਉੱਪਰ ਸੁੰਦਰ ਸੋਹਣੀ ਜਲਤ ਬੰਨ੍ਹ ਦਿੱਤੀ ਗਈ ਹੈ। ਮਹਾਰਾਜ ਜੀਆਂ ਦਾ ਸਰੂਪ ਤਿਆਰ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਦੂਰ ਦਰੇਡੇ ਵਸਦੀਆਂ ਗੁਰਸਿੱਖ ਸੰਗਤਾਂ ਤਾਈਂ ਸੁਨੇਹਾ ਘੱਲਿਆ ਹੈ। ਬਹੁਤਾਤ ਗਿਣਤੀ ਦੇ ਵਿੱਚ ਆ ਕਰਕੇ ਸੰਗਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸੇ। ਮਹਾਰਾਜ ਜੀਆਂ ਨੇ ਦੀਵਾਨ ਸਜਾਇਆ ਹੈ, ਕਿਉਂਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਨੇ ਰਜ ਦਿੱਤੇ ਨੇ। ਹੁਣ ਇਸ ਗੁਰੂ ਨਾਨਕ ਦੀ ਗੁਰਬਾਣੀ ਦੀ ਮਰਿਆਦਾ ਵੀ ਦੱਸਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਦੀਵਾਨ ਸਜਾਇਆ ਹੈ। ਸੀਤ ਲੱਗੇ ਸਭ ਕੋ ਤਬ ਦੇਵਨ, ਸਿਰੇ ਭਰਿਓ ਪਤ ਜੋ ਫਰਮਾਏ। ਗ੍ਰੰਥ ਜਹਾਜ ਜੋ ਭੌਜਲ ਕੋ ਤਰ, ਜਾਤ ਸੁਖੇਨ ਜਿਨੀ ਚਿਤਨਾਈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖੋ, ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਇਹ ਤੇ ਅਸੀਂ ਇੱਕ ਜਹਾਜ਼ ਦੀ ਤਰ੍ਹਾਂ ਬਣਾ ਦਿੱਤੇ। ਜੋ ਵੀ ਗੁਰਬਾਣੀ ਦਾ ਓਟ ਆਸਰਾ ਲਵੇਗਾ, ਗੁਰਬਾਣੀ ਸੁਣੇਗਾ, ਗੁਰਬਾਣੀ ਪੜ੍ਹੇਗਾ, ਸਤ ਸੰਗਤ ਕਰੇਗਾ, ਸੇਵਾ ਸਿਮਰਨ ਕਰੇਗਾ, ਉਹ 84 ਲੱਖ ਜੂਨਾਂ ਦੇ ਗੇੜ ਤੋਂ ਬਚਦਾ ਹੋਇਆ, ਭਵਜਲ ਸੰਸਾਰ ਤੋਂ ਡੁੱਬਣੋਂ ਬਚਦਾ ਹੋਇਆ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਫਿਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਇੱਕੇ ਸਮੇਂ ਬਹੁਤਿਆਂ ਥਾਵਾਂ 'ਤੇ ਦਰਸ਼ਨ ਨਹੀਂ ਦੇ ਸਕਦੇ, ਕਿਉਂਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਬੜੇ ਇਲਾਕਿਆਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੈ। ਤੇ ਅਸੀਂ ਸਰੀਰ ਕਰਕੇ ਕੇਵਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿੰਦੇ ਹਾਂ। ਇਸ ਲਈ ਬਹੁਤੀਆਂ ਸੰਗਤਾਂ ਨੂੰ ਸਾਡੇ ਦਰਸ਼ਨ ਨਹੀਂ ਹੁੰਦੇ। ਪਰ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਹੈ, ਇਸ ਗੁਰਬਾਣੀ ਦੇ ਵਿੱਚੋਂ ਹੋਰ ਵੀ ਉਤਾਰੇ ਹੋਣਗੇ, ਹੋਰ ਵੀ ਸਰੂਪ ਤਿਆਰ ਹੋਣਗੇ। ਵੱਖੋ ਵੱਖਰਿਆਂ ਇਲਾਕਿਆਂ ਦੇ ਵਿੱਚ ਜਾ ਕਰਕੇ ਗੁਰੂ ਘਰਾਂ ਵਿੱਚ ਸੁਭਾਏਮਾਨ ਹੋਣਗੇ। ਹਰ ਰੋਜ਼ ਸੰਗਤਾਂ ਆ ਕਰਕੇ ਦਰਸ਼ਨ ਦਿਦਾਰੇ ਕਰਨਗੀਆਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਸਿੱਖਾਂ ਨੂੰ ਹਦਾਇਤ ਦਿੰਦੇ ਸਮਝਾਉਂਦੇ, ਭਾਈ ਸਾਡੇ ਨਾਲੋਂ ਵੀ ਜ਼ਿਆਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਤਿਕਾਰ ਕਰਨਾ ਹੈ। ਸਾਹਿਬ ਕਰਕੇ, ਮਾਲਕ ਕਰਕੇ, ਗੁਰੂ ਪਰਮੇਸ਼ਰ ਕਰਕੇ ਮੰਨਣਾ ਹੈ। ਔਰ ਜਿਵੇਂ ਤੁਸੀਂ ਸਾਨੂੰ ਲਿਆ ਕਰਕੇ ਫਲ, ਫੁੱਲ, ਚੰਦਨ, ਕੇਸਰ ਆਦਿਕ ਛਿੜਕਦੇ ਹੋ, ਲਿਆਉਂਦੇ ਹੋ, ਠੀਕ ਇਸੇ ਤਰ੍ਹਾਂ ਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਹਾਜ਼ਰ ਨਾਜ਼ਰ ਸਮਝਣਾ, ਸੁੰਦਰ ਤੋਂ ਸੁੰਦਰ ਭੇਟਾਵਾਂ ਲਿਆ ਕਰਕੇ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਅਰਪਣ ਕਰਨੀਆਂ ਹਨ। ਫਿਰ ਸਮੇਂ ਸਮੇਂ 'ਤੇ ਗੁਰਸਿੱਖ ਜੋ ਗੁਰਬਾਣੀ ਲਿਖਣਗੇ, ਭਾਈ ਉਹਨਾਂ ਨੂੰ ਵੀ ਹਦਾਇਤ ਹੈ ਕਿ ਆਪਣੇ ਕੋਲੋਂ ਇੱਕ ਵੀ ਸ਼ਬਦ ਨਾ ਤੇ ਘੱਟ ਲਿਖਣਾ ਹੈ ਔਰ ਨਾ ਹੀ ਵੱਧ ਲਿਖਣਾ ਹੈ। ਜਿੰਨੀ ਗੁਰਬਾਣੀ ਅਸੀਂ ਭਾਈ ਗੁਰਦਾਸ ਜੀਆਂ ਨੂੰ ਲਿਖਵਾ ਦਿੱਤੀ ਹੈ, ਤੋਂ ਵੇਖ ਵੇਖ ਕੇ ਹੋਰ ਸਰੂਪ
ਤਿਆਰ ਕਰਨੇ ਨੇ, ਹੋਰ ਗ੍ਰੰਥ ਸਾਹਿਬ ਤਿਆਰ ਕਰਨੇ ਨੇ ਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕਰਕੇ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਸੁਣਨੀ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖ ਦਾ ਕੋਈ ਵੀ ਕਾਰਜ ਹੋਵੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਨਮੁਖ ਆ ਕਰਕੇ ਅਰਦਾਸ ਬੇਨਤੀ ਕਰੇ, ਕਰਵਾਵੇ ਔਰ ਸ਼ਰਧਾ ਭਾਵਨਾ ਰੱਖੇ, ਪੂਰਨ ਅਕੀਦਾ ਰੱਖੇ ਤੇ ਸੰਸਾਰ ਤੇ ਐਸਾ ਕੋਈ ਕਾਰਜ ਨਹੀਂ ਜੋ ਤੁਹਾਡੀ ਝੋਲੀ ਨਾ ਪਵੇ, ਜਿਸ ਕਾਰਜ ਵਿੱਚ ਤੁਹਾਨੂੰ ਸਫਲਤਾ ਨਾ ਮਿਲੇ। ਮਹਾਰਾਜ ਕਹਿੰਦੇ ਜਨਮ ਤੋਂ ਲੈ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਆਸਰਾ ਤੱਕਣਾ ਹੈ। ਜਦੋਂ ਵੀ ਘਰ ਵਿੱਚ ਕੋਈ ਧੀ ਪੁੱਤਰ ਜੰਮੇ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਹੁਕਮਨਾਮਾ ਲੈ ਕਰਕੇ ਪਹਿਲੇ ਅੱਖਰਾਂ ਦੇ ਉੱਪਰ ਨਾਮ ਰੱਖਣਾ ਹੈ। ਫਿਰ ਪੁੱਤਰ ਧੀ ਨੂੰ ਇਹ ਸਮਝਾਉਣਾ ਹੈ ਕਿ ਇਹ ਪੁੱਤਰਾ, ਇਹ ਧੀਏ, ਜੀਵਨ ਦੇ ਵਿੱਚ ਜੋ ਲੋਕ ਆਪਣੇ ਮਾਤਾ ਪਿਤਾ ਦਾ ਸਹਾਰਾ ਛੱਡ ਜਾਂਦੇ ਨੇ, ਉਹਨਾਂ ਦਾ ਜੀਵਨ ਰੁਲ ਜਾਂਦਾ ਹੈ। ਇਸ ਲਈ ਜੋ ਪਿਤਾ ਗੁਰਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹਨਾਂ ਦਾ ਕਦੇ ਵੀ ਪੱਲਾ ਨਹੀਂ ਛੱਡਣਾ, ਨਹੀਂ ਤੇ ਇਸ ਸੰਸਾਰ ਦੇ ਵਿੱਚ ਗਵਾਚ ਜਾਵਾਂਗੇ। ਇਸ ਲਈ ਸਦਾ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲੜ ਲੱਗ ਕਰਕੇ ਰਹਿਣਾ ਹੈ, ਹਮੇਸ਼ਾ ਸੇਵਾ ਸਿਮਰਨ ਕਰਨਾ ਹੈ, ਗੁਰੂ ਘਰ ਦੇ ਉੱਪਰ ਪੂਰਨ ਸ਼ਰਧਾ ਭਾਵਨਾ ਰੱਖਣੀ ਹੈ। ਤੇ ਜਦੋਂ ਫਿਰ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਚੜ੍ਹਾਈ ਕਰ ਜਾਵੇ, ਪਰਲੋਕ ਸੁਧਾਰ ਜਾਵੇ, ਫਿਰ ਭਾਈ ਸਹਿਜ ਪਾਠ ਕਰਵਾਉਣਾ ਹੈ, ਸਹਿਜ ਪਾਠ ਬੈਠ ਕੇ ਸੁਣਨਾ, ਪਾਠੀ ਸਿੰਘ ਦੀ ਸੇਵਾ ਕਰਨੀ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ, ਭੋਗਾਂ ਦੇ ਸਮੇਂ ਦੇਗ ਤਿਆਰ ਕਰਨੀ ਹੈ, ਭੋਗ ਲਵਾਉਣਾ ਹੈ, ਸਾਰਿਆਂ ਵਿੱਚ ਵਰਤਾਉਣਾ ਹੈ। ਐਸੀ ਮਰਿਆਦਾ ਕਰੋਗੇ ਤੇ ਮਹਾਰਾਜ ਕਹਿੰਦੇ ਭਾਈ ਸੋ ਸਿੱਖ ਹੋਏ ਸੋ ਦੇਨ ਮਹਾ, ਪਰਲੋਕ ਵਿਖੇ ਹਰ ਖਾਵੇ ਹੈ। ਉਹ ਲੋਕ ਪਰਲੋਕ ਵਿੱਚ ਉਸ ਦਾ ਸਫਲਾ ਹੋਵੇਗਾ, ਆਉਣਾ ਜਾਣਾ ਸਫਲਾ ਹੋਵੇਗਾ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਸਿੱਖਾਂ ਤਾਈਂ ਸੰਗਤ ਵੀ ਉਪਦੇਸ਼ ਦੇ ਰਹੇ ਨੇ। ਮਹਾਰਾਜ ਜੀਆਂ ਨੇ ਉਪਦੇਸ਼ ਦੇ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਕਿ ਬਾਬਾ ਬੁੱਢਾ ਸਾਹਿਬ ਜੀ, ਹੁਣ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਤਿਆਰ ਹੋਇਆ ਹੈ, ਹੁਣ ਸਾਨੂੰ ਤੁਸੀਂ ਦੱਸੋ ਇਸ ਨੂੰ ਕਿੱਥੇ ਸੁਭਾਇਮਾਨ ਬਿਰਾਜਮਾਨ ਕਰੀਏ। ਬਾਬਾ ਬੁੱਢਾ ਸਾਹਿਬ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਸਾਡੇ ਤੋਂ ਸਿਆਣੇ ਹੋ, ਜਿਵੇਂ ਆਪ ਜੀਆਂ ਦਾ ਹੁਕਮ ਹੋਵੇਗਾ, ਇਸ਼ਾਰਾ ਹੋਵੇਗਾ, ਅਸੀਂ ਤੇ ਉਧਰ ਨੂੰ ਤੁਰ ਪੈਣਾ ਹੈ। ਪਰ ਮਹਾਰਾਜ ਫਿਰ ਵੀ ਜੇਕਰ ਆਪ ਜੀ ਪੁੱਛਦੇ ਹੋ, ਵਡਿਆਈ ਬਖਸ਼ਦੇ ਹੋ, ਤੇ ਸਾਡੀ ਬੇਨਤੀ ਹੈ ਸੱਚੇ ਪਾਤਸ਼ਾਹ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਵਿੱਤਰ ਸਰੂਪ ਹੈ, ਇਹ ਜਿਹੜਾ ਸੋਹਣਾ ਸੁੰਦਰ ਆਪਾਂ ਸਰੋਵਰ ਬਣਵਾਇਆ ਹੈ, ਸਰੋਵਰ ਦੇ ਵਿੱਚ ਸੋਹਣਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਣਾਇਆ ਹੈ, ਮਹਾਰਾਜ ਉਹਦੇ ਵਿੱਚ ਸੁਭਾਇਮਾਨ ਕਰੀਏ। ਸੰਸਾਰ ਦੇ ਵਿੱਚ ਮਹਾਰਾਜ ਬੜੀਆਂ ਸੁੰਦਰ ਸੁੰਦਰ ਥਾਵਾਂ ਹਨ, ਪਰ ਤਿੰਨਾਂ ਲੋਕਾਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਵਰਗੀ ਕਿਤੇ ਵੀ ਜਗ੍ਹਾ ਸੋਭਾ ਮਹਾਰਾਜ ਦਿਖਾਈ ਨਹੀਂ ਦਿੰਦੀ। ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਨਾਮ ਲਿਆ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਣ ਕਰਕੇ ਬੜਾ ਪ੍ਰਸੰਨ ਹੋਏ, ਬਹੁਤ ਹੀ ਖੁਸ਼ ਹੋਏ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਦਰ ਹੈ, ਘਰ ਹੈ, ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਹੋਵੇਗਾ। ਇੱਦਾਂ 24 ਘੰਟੇ ਰਾਗੀ ਸਿੰਘ ਬੈਠ ਕੇ ਗੁਰਬਾਣੀ ਪੜ੍ਹਨਗੇ, ਸੰਗਤਾਂ ਸੁਣਨਗੀਆਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀਆਂ ਨਾਲ ਵਿਚਾਰਾਂ ਕਰ ਰਹੇ ਨੇ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਇਤਿਹਾਸ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਦਿਨ ਪ੍ਰਤ ਬਦਤੇ ਸਮਾਜ ਵਡੇਰੇ, ਦੁਖ ਦਾਰਿਦ ਕੋ ਆਏ ਨਾ ਨੇਰੇ।
ਹਰ ਮੰਦਰ ਹਰ ਰੂਪ ਬਿਲੰਦਾ, ਸੇਵਕੇ ਸੇਵਕ ਬ੍ਰਿੰਦ ਮੁਕੰਦਾ। ਦਿਨ ਪ੍ਰਤ ਬਦਕੇ ਸਮਾਜ ਵਡੇਰੇ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਸੰਗਤਾਂ ਦੇ ਵਿੱਚ ਦੀਵਾਨ ਸਜਾ ਕਰਕੇ ਰਾਮਸਰ ਸਰੋਵਰ ਦੇ ਨਜ਼ਦੀਕ ਬੈਠੇ ਧੰਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀਆਂ ਦੇ ਨਾਲ ਵਿਚਾਰਾਂ ਕਰ ਰਹੇ ਨੇ ਕਿ ਹੁਣ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਜੋ ਪਵਿੱਤਰ ਸਰੂਪ ਹੈ, ਗੁਰੂ ਨਾਨਕ ਦੀ ਗੁਰਬਾਣੀ ਹੈ, ਇਸ ਨੂੰ ਕਿੱਥੇ ਸੁਭਾਏਮਾਨ ਕੀਤਾ ਜਾਵੇ ਜਿੱਥੇ ਹੋਰ ਸੋਭਾ ਵਧੇ। ਤੇ ਭਾਈ ਗੁਰਦਾਸ ਵਰਗਿਆਂ ਨੇ, ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸੁੰਦਰ ਜਗ੍ਹਾ ਸੰਸਾਰ ਵਿੱਚ ਔਰ ਕਿਤੇ ਨਹੀਂ। ਆਪ ਜੀ ਕਿਰਪਾ ਕਰੋ, ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰੋ। ਜਦੋਂ ਇਸ ਪ੍ਰਕਾਰ ਬਚਨ ਬਲਾਸ ਹੋਏ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸੁਣ ਗੁਰਦਾਸ ਸੋ ਬਾਕ ਹਮਾਰੇ ਸ੍ਰੀ ਗੁਰੂ ਰਾਮਦਾਸ ਦਰਬਾਰ। ਜੇ ਭਾਈ ਗੁਰਦਾਸ ਜੀ ਸਾਡੇ ਬਚਨ ਸੁਣੋ। ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਵਿੱਤਰ ਦਰਬਾਰ ਹੈ, ਸਥਾਨ ਹੈ ਹਰਿਮੰਦਰ ਸਾਹਿਬ, ਦਿਨ ਪ੍ਰਤ ਵਧੈ ਸਮਾਜ ਵਡੇਰੇ। ਜਿਵੇਂ ਜਿਵੇਂ ਸਮਾਂ ਬਤੀਤ ਹੋਵੇਗਾ, ਕਲਯੁਗ ਦਾ ਘੋਰ ਸਮਾਂ ਆਉਂਦਾ ਜਾਵੇਗਾ, ਉਵੇਂ ਉਵੇਂ ਹਰਿਮੰਦਰ ਸਾਹਿਬ ਜੀਆਂ ਦੀ ਜਿਹੜੀ ਸ਼ੋਭਾ ਹੈ, ਸੰਗਤਾਂ ਦੀ ਗਿਣਤੀ ਹੈ, ਉਹ ਵੱਧਦੀ ਜਾਵੇ। ਅੱਜ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰੀਏ, ਨਹੀਂ ਤੇ ਪਿਛਲਿਆਂ ਸਮਿਆਂ ਵਿੱਚ ਜਦੋਂ ਸੰਗਤਾਂ ਜਾਂਦੀਆਂ ਸਨ, ਸੰਗਤ ਜੀ ਜਿਵੇਂ ਆਮ ਹੀ ਗੁਰੂ ਘਰਾਂ ਦੇ ਦਰਸ਼ਨ ਕਰੀਏ ਤੇ ਇੱਦਾਂ ਹੀ ਲੰਘ ਜਾਇਆ ਕਰਦੇ ਸਨ। ਪਰ ਜਦੋਂ ਦਾ 1984 ਦਾ ਅਟੈਕ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਉੱਪਰ ਹੋਇਆ ਹੈ, ਉਸ ਤੋਂ ਬਾਅਦ ਜਿਹੜੀ ਸੰਗਤਾਂ ਦੀ ਗਿਣਤੀ ਹੈ ਉਹਦੀ ਕੋਈ ਹੱਦ ਨਹੀਂ ਰਹੀ। ਹੁਣ ਐਡੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਦੀਆਂ ਹੈ, ਤਕਰੀਬਨ ਆਮ ਹੀ ਦਿਨਾਂ ਵਿੱਚ ਚਲੇ ਜਾਈਏ ਤੇ 1.5 ਤੋਂ 2 ਘੰਟਿਆਂ ਦਾ ਸਮਾਂ ਸਤਿਗੁਰਾਂ ਦੇ ਦਰਸ਼ਨਾਂ ਦਾ ਲੱਗਦਾ ਹੈ। ਤੇ ਜੇਕਰ ਕਿਤੇ ਭੁੱਲ ਭੁਲੇਖੇ ਐਤਵਾਰ ਨੂੰ ਚਲੇ ਜਾਈਏ ਸੰਗਤ ਜੀ, ਫਿਰ 3.5 ਘੰਟੇ 4 ਘੰਟੇ ਪੰਗਤ ਦੇ ਵਿੱਚ ਲੱਗਦੇ ਨੇ, ਲਾਈਨ ਦੇ ਵਿੱਚ ਲੱਗਦੇ ਨੇ, ਖੜੇ ਹੋ ਕੇ ਦਰਸ਼ਨ ਦਿਦਾਰੇ ਕਰਨ। ਕਿਉਂਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਚਨ ਕਰ ਦਿੱਤੇ ਸਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸੁਣਿਓ ਜਰਾ, ਜਿਵੇਂ ਜਿਵੇਂ ਸਮਾਂ ਬਤੀਤ ਹੋਵੇਗਾ, ਜਿਵੇਂ ਜਿਵੇਂ ਘੋਰ ਕਲਯੁਗ ਦਾ ਸਮਾਂ ਆਵੇਗਾ, ਪਾਪ ਵੱਧਦੇ ਜਾਵਣਗੇ, ਲੋਕ ਧਰਮ ਤੋਂ ਟੁੱਟਦੇ ਜਾਵਣਗੇ। ਮਹਾਰਾਜ ਕਹਿੰਦੇ ਪਰ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਜਿਹੜੀ ਸ਼ੋਭਾ ਹੈ, ਉਵੇਂ ਉਵੇਂ ਵੱਧਦੀ ਜਾਵੇ। ਜਿਵੇਂ ਜਿਵੇਂ ਲੋਕ ਦੁੱਖਾਂ ਦੇ ਵਿੱਚ ਗਰਸੇ ਜਾਵਣਗੇ, ਜਿਨ੍ਹਾਂ ਨੂੰ ਕਿਤੇ ਸਾਰੇ ਦਰਵਾਜ਼ੇ ਜੀਵਨ ਦੇ ਆਸ ਦੇ ਬੰਦ ਹੋ ਜਾਵਣਗੇ, ਫਿਰ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਉਹਨਾਂ ਲਈ 4 ਦਰਵਾਜ਼ੇ ਖੁੱਲ੍ਹੇ ਹੋਣਗੇ। ਜਦੋਂ ਮਨੁੱਖ ਆਪਣੇ ਜੀਵਨ ਵਿੱਚ ਸਾਰਿਆਂ ਥਾਵਾਂ 'ਤੇ ਧੱਕੇ ਧੁੱਕੇ ਖਾ ਲਏ, ਸਾਰਿਆਂ ਥਾਵਾਂ 'ਤੇ ਤੁਰ ਫਿਰ ਕੇ ਵੇਖ ਲਿਆ, ਪਰ ਕਿਤੋਂ ਵੀ ਨਾ ਤੇ ਜੀਵਨ ਦਾ ਸੁੱਖ ਪ੍ਰਾਪਤ ਹੋਇਆ ਹੈ, ਨਾ ਹੀ ਰੋਗਾਂ ਸੋਗਾਂ ਦਾ ਨਿਪਟਾਰਾ ਹੋਇਆ ਹੈ, ਫਿਰ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਜਾਂ ਇਹ ਦੁਨੀਆ ਵਾਲੇ ਲੋਕ ਜਦੋਂ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵੱਲ ਨੂੰ ਨਿਗਾਹ ਕਰਨਗੇ, ਤੁਰਨਗੇ, ਤੇ ਮਹਾਰਾਜ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ, ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ, ਬੈਠ ਕਰਕੇ ਕੀਰਤਨ ਸੁਣਨਾ, ਸਤਸੰਗਤ ਕਰਨੀ। ਇਸ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਇੱਕ ਇੱਕ ਚੱਲਿਆ ਹੋਇਆ ਕਦਮ ਮਹਾਰਾਜ ਕਹਿੰਦੇ ਕਰੋੜਾਂ ਪਾਪਾਂ ਨੂੰ ਕੱਟ ਦੇਵੇਗਾ। ਇੱਕ ਇੱਕ ਥਾਂ 'ਤੇ ਝੁਕਾਇਆ ਹੋਇਆ ਸੀਸ ਮਹਾਰਾਜ ਕਹਿੰਦੇ ਮੱਥੇ ਦੀਆਂ ਹੱਥਾਂ ਦੀਆਂ ਲਕੀਰਾਂ ਬਦਲਣ ਦੇ ਵਿੱਚ ਸਮਰੱਥ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਕਿ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ, ਜਿਵੇਂ ਜਿਵੇਂ ਸਮਾਂ ਬਤੀਤ ਹੋਵੇਗਾ, ਦਿਨ ਪ੍ਰਤ ਵਧੈ ਸਮਾਜ ਵਡੇਰੇ। ਇੱਥੇ ਜੋ ਸੰਗਤਾਂ ਦੀ ਗਿਣਤੀ ਹੈ ਉਹ ਵੱਧਦੀ ਜਾਵੇਗੀ। ਦੁਖ ਦਰਦ ਕੋ ਆਏ ਨ ਨੀਰੇ। ਤੇ ਫਿਰ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਆਸਰਾ ਤੱਕ ਲਿਆ, ਗੁਰੂ ਗ੍ਰੰਥ ਸਾਹਿਬ ਜੀਆਂ ਦਾ ਆਸਰਾ ਤੱਕ ਲਿਆ,
ਜੋ ਸੰਸਾਰ ਵਿੱਚ ਘੁੰਮ ਘੁਮਾ ਕੇ ਥੱਕੇ ਟੁੱਟੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿੱਚ ਆ ਗਏ ਨਾ, ਤੇ ਦੁੱਖ ਦਰਦ ਕੋ ਆਏ ਨਾ ਨੇੜੇ। ਜਿਹੜੇ ਦੁੱਖ ਤਕਲੀਫਾਂ ਹਨ, ਦਲਿੱਦਰ ਹਨ, ਮਹਾਰਾਜ ਕਹਿੰਦੇ ਉਹ ਕੋਈ ਵੀ ਨੇੜੇ ਨਹੀਂ ਆਵੇ। ਇੱਥੇ ਮਨ ਕਰਕੇ ਵੀ, ਇਸ਼ਨਾਨ ਕਰਕੇ, ਤਨ ਕਰਕੇ ਵੀ, ਗੁਰਬਾਣੀ ਸੁਣ ਪੜ੍ਹ ਕੇ, ਸੇਵਾ ਸਿਮਰਨ ਕਰਕੇ ਸੁੱਖ ਪ੍ਰਾਪਤ ਹੋਵੇਗਾ। ਰੋਗ ਸੋਗ ਦੂਰਨ ਹੋਵਣਗੇ। ਜੋ ਵੀ ਆਸ ਮੁਰਾਦ ਲੈ ਕੇ ਕੋਈ ਆਵੇਗਾ, ਸੱਚੇ ਸਤਿਗੁਰੂ ਜੀ ਉਹੋ ਜੀ ਕਿਰਪਾ ਕਰ ਦੇਣਗੇ। ਦੁੱਖ ਦਰਦ ਕੋ ਆਏ ਨਾ ਨੇੜੇ। ਐਸੀ ਹਰਿਮੰਦਰ ਸਾਹਿਬ ਦੀ ਸੋਭਾ ਹੋਵੇਗੀ। ਕਲਯੁਗ ਦੇ ਭਿਆਨਕ ਸਮੇਂ ਵਿੱਚ ਐਸੀ ਮਹਾਨ ਸ਼ਕਤੀ ਵਰਤੇਗੀ। ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਜੋ ਕਰੇਗਾ, ਭਾਈ ਦੁੱਖ ਦਰਦ ਉਹਦੇ ਨੇੜੇ ਨਹੀਂ ਆਵੇਗਾ। ਹਰਿਮੰਦਰ ਹਰ ਰੂਪ ਬਿਲੰਦਾ। ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਤੇ ਆਪ ਪਰਮੇਸ਼ਰ ਬੈਠਾ ਹੈ। ਆਪਾਂ ਪਿਛਲਾ ਇਤਿਹਾਸ ਪੜ੍ਹਿਆ ਹੈ, ਜਦੋਂ ਹਰਿਮੰਦਰ ਸਾਹਿਬ ਜੀਆਂ ਦੇ ਸਰੋਵਰ ਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੇਵਾ ਕਰਵਾ ਰਹੇ ਸਨ, ਤੇ ਇੱਥੇ ਸੰਗਤ ਜੀ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਬੱਠਲ ਢੋਏ, ਭਾਈ ਗੁਰਦਾਸ ਜੀ ਵਰਗਿਆਂ ਨੇ ਕਈ ਚਲਾਈ ਹੈ। ਤੇ ਜਦੋਂ ਫਿਰ ਸੰਗਤ ਜੀ ਉੱਚੀਆਂ ਸੁੱਚੀਆਂ ਰੂਹਾਂ ਨੇ ਸੇਵਾ ਕੀਤੀ ਹੋਵੇ, ਫਿਰ ਜੋ ਹਰ ਕੀ ਪੌੜੀ ਵਾਲਾ ਅਸਥਾਨ ਹੈ ਸੰਗਤ ਜੀ, ਉੱਥੇ ਤੇ ਸਾਰੇ ਹੀ ਦੇਵੀ ਦੇਵਤੇ ਆਪ ਪਰਮੇਸ਼ਰ ਸੱਚਖੰਡ ਦੇ ਵਿੱਚੋਂ ਆ ਕਰਕੇ ਹਰ ਕੀ ਪੌੜੀ ਵਾਲੀ ਥਾਂ ਤੇ ਟੱਕ ਲਾਇਆ ਸੀ। ਸਾਰੇ ਦੇਵੀ ਦੇਵਤਿਆਂ ਨੇ ਇੱਥੇ ਸੇਵਾ ਕਮਾਈ ਹੈ ਸੰਗਤ ਦੀ। ਐਸੀ ਅਸਥਾਨ ਹੈ, ਐਸੀ ਇਹਦੀ ਵੱਡੀ ਸੋਭਾ ਹੈ। ਹਰ ਮੰਦਰ ਹਰ ਰੂਪ ਬਲੰਦ। ਇਸ ਲਈ ਇਹ ਤੇ ਹਰੀ ਦਾ ਹੀ ਘਰ ਹੈ, ਉਸ ਪਰਮੇਸ਼ਰ ਦਾ ਘਰ ਹੈ ਜੀ। ਸੇਵਕ ਬ੍ਰਿੰਦ ਮੁਕੰਦਾ। ਜੋ ਵੀ ਭਾਈ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਜਾ ਕਰਕੇ ਸੇਵਾ ਸਿਮਰਨ ਕਰੇਗਾ ਸੰਗਤ ਜੀ, ਉਹ ਫਿਰ ਇੱਦਾਂ ਮੁਕਤੀ ਪ੍ਰਾਪਤ ਕਰ ਲਵੇਗਾ। ਜੇਕਰ ਕੋਈ ਕਹੇ ਕਿ ਮੈਨੂੰ ਮਹਾਰਾਜ ਨੇ ਬੜਾ ਕੁਝ ਬਖਸ਼ਿਆ ਹੈ, ਉਸ ਦਰਸ਼ਨ ਦੀਦਾਰੇ ਹੀ ਕਰਨੇ ਨੇ, ਗੁਰੂ ਦੀਆਂ ਖੁਸ਼ੀਆਂ ਹੀ ਲੈਣੀਆਂ ਨੇ, ਐਸਾ ਚਾਉ ਲੈ ਕਰਕੇ ਹਰਿਮੰਦਰ ਸਾਹਿਬ ਨੂੰ ਜਾਵੇ ਸੰਗਤ ਜੀ, ਉਸ ਨੂੰ ਫਿਰ ਮੁਕਤੀ ਪ੍ਰਾਪਤ ਹੁੰਦੀ ਹੈ। ਜੋ ਕੁਝ ਵੀ ਨਹੀਂ ਮੰਗਦਾ ਨਾ, ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਤੇ ਜੋ ਦੁਨਿਆਵੀ ਸੁੱਖ ਮੰਗਦਾ ਹੈ, ਮਾਇਆ ਦੁੱਧ ਪੁੱਤ ਦੀਆਂ ਦਾਤਾਂ ਮੰਗਦਾ ਹੈ, ਮਹਾਰਾਜ ਫਿਰ ਉਸ ਨੂੰ ਇਹ ਦਾਤਾਂ ਵੀ ਬਖਸ਼ਦੇ ਹਨ। ਲక్ష్ਮੀ ਇਸ ਬਾਸਰ ਇਸ ਸੇਵਕੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨ ਹੋਏ ਕਿ ਲక్ష్ਮੀ ਇਸ ਬਾਸਰ ਇਸ ਸੇਵਕੇ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਐਸੀ ਸੋਭਾ ਵਡਿਆਈ ਹੋਵੇਗੀ ਕਿ ਜਿਹੜੀ ਮਾਇਆ ਹੈ ਨਾ, ਜਿਹਦੇ ਮਗਰ ਦੁਨੀਆ ਦੌੜੀ ਫਿਰਦੀ ਹੈ, ਉਹ ਮਾਇਆ ਆ ਕੇ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸੇਗੀ। ਦਿਨ ਦੇ ਵਿੱਚ ਕਈ ਵਾਰੀ, ਦਿਨ ਵਿੱਚ ਵੀ ਛੱਡੋ ਘੰਟਿਆਂ ਪ੍ਰਤੀ ਸੰਗਤ ਜੀ ਗੋਲਕਾਂ ਬਦਲੀਆਂ ਜਾਂਦੀਆਂ। ਗੋਲਕ ਖਾਲੀ ਕਰਕੇ ਰੱਖਦੇ ਨੇ, 1 ਘੰਟੇ ਵਿੱਚ ਗੋਲਕ ਭਰ ਜਾਂਦੀ ਹੈ। ਤੇ ਕਰੋੜਾਂ ਪ੍ਰਤੀ ਕਮਾਈ ਹੈ ਸੰਗਤ ਜੀ। ਸ੍ਰੀ ਹਰਿਮੰਦਰ ਸਾਹਿਬ ਜੀਆਂ ਵਿੱਚ ਸੰਗਤਾਂ ਆਉਂਦੀਆਂ ਨੇ। ਕੋਈ ਸੋਨੇ ਦੀ ਸੇਵਾ ਕਰਦਾ ਹੈ, ਕੋਈ ਹੀਰੇ ਮੋਤੀਆਂ ਦੀ, ਲੱਖਾਂ ਲੱਖਾਂ ਰੁਪਈਆਂ ਦੇ ਰੁਮਾਲੇ ਸਾਹਿਬ, ਲੱਖਾਂ ਲੱਖਾਂ ਰੁਪਈਆਂ ਦੇ ਸੰਗਤ ਜੀ ਫੁੱਲ ਚੜ੍ਹਦੇ ਨੇ, ਫੁੱਲ ਚੜ੍ਹਦੇ ਨੇ। 24 ਘੰਟੇ ਗੁਰੂ ਕਾ ਲੰਗਰ ਵਰਤਦਾ ਹੈ। ਜਿੰਨੇ ਅੰਮ੍ਰਿਤਸਰ ਦੇ ਵਿੱਚ ਇਹ ਰਕਸ਼ਿਆਂ ਵਾਲੇ ਨੇ, ਹੋਰ ਦਿਹਾੜੀਦਾਰ ਨੇ, ਇਹ ਵੀ ਕਹਿੰਦੇ ਨੇ ਹਰਿਮੰਦਰ ਸਾਹਿਬ ਦੇ ਨੇੜੇ ਨੇੜੇ ਜਿੰਨੇ ਘਰ ਹਨ ਨਾ ਸੰਗਤ ਜੀ, ਉਹਨਾਂ ਘਰਾਂ ਦੇ ਵਿੱਚ ਗੈਸ ਸਿਲੰਡਰ ਚੁੱਲ੍ਹੇ ਆਦਿ ਨਹੀਂ ਹਨ। ਕਿਉਂਕਿ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਐਸਾ ਸੁੰਦਰ ਲੰਗਰ ਵਰਤਦਾ, ਸਵਾਦਲਾ ਲੰਗਰ ਵਰਤਦਾ ਹੈ। 3 ਘੰਟਿਆਂ ਬਾਅਦ ਦਾਲ ਸਬਜ਼ੀ ਬਦਲੀ ਜਾਂਦੀ ਹੈ, ਮਿੱਠਾ ਬਦਲਿਆ ਜਾਂਦਾ ਹੈ, ਕੜਾਹ ਪ੍ਰਸ਼ਾਦ ਖੀਰ ਆਦਿ ਐਸੇ ਸੰਗਤ ਜੀ ਸੁੰਦਰ ਪਦਾਰਥ ਉੱਥੇ ਵਰਤਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਐਸਾ ਸਮਾਂ ਆਵੇਗਾ, ਸਾਰੇ ਸੰਸਾਰ ਦੀ ਜੋ ਲక్ష్ਮੀ ਹੈ, ਮਾਇਆ ਹੈ, ਉਹ ਆ ਕਰਕੇ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀਆਂ ਦੇ ਚਰਨ ਪਰਸੇਗੀ। ਸਰਦਾ ਧਰਹਿ ਦਾਸ ਫਲ ਲੇਵਹਿ। ਭਾਈ ਫਿਰ ਜੋ ਸ਼ਰਧਾ ਭਾਵਨਾ ਦੇ ਨਾਲ ਆਵੇਗਾ ਨਾ ਸੰਗਤ ਜੀ, ਜਾਣ ਦੇ ਵੀ ਤਰੀਕੇ ਨੇ। ਹਰਿਮੰਦਰ ਸਾਹਿਬ ਵਿੱਚ ਬਹੁਤਾਤ ਗਿਣਤੀ ਤੇ ਫੋਟੋਆਂ ਖਿਚਾਉਣ ਵਾਲਿਆਂ ਦੀ ਹੈ,
ਛੁੱਟੀਆਂ ਮਨਾਉਣ ਵਾਲਿਆਂ ਦੀ ਹੈ, ਪਿਕਨਿਕ ਮਨਾਉਣ ਵਾਲਿਆਂ ਦੀ ਵੱਧਦੀ ਜਾਂਦੀ, ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਆ ਗਿਆ ਹੈ। ਗੁਰੂ ਘਰਾਂ ਨੂੰ ਵੀ ਅਸੀਂ ਘੁੰਮਣ ਵਾਲੇ ਥਾਂ ਬਣਾ ਲਿਆ ਹੈ। ਗੁਰੂ ਘਰਾਂ ਦੇ ਵਿੱਚ ਵੀ ਐਸ਼ ਪ੍ਰਸਤੀਆਂ ਕਰਦੇ ਹਾਂ ਸੰਗਤ ਜੀ, ਸਮਾਂ ਅਸੀਂ ਸਪੈਂਡ ਕਰਦੇ ਹਾਂ, ਸਮਾਂ ਬਤੀਤ ਕਰਦੇ ਹਾਂ ਇੱਦਾਂ ਘੁੰਮ ਫਿਰ ਕੇ। ਪਰ ਮਹਾਰਾਜ ਜੀ ਅਤੇ ਬਖਸ਼ਿਸ਼ ਕਰਦੇ ਨੇ, ਸ਼ਰਧਾ ਧਰਹਿ ਦਾਸ ਫਲ ਲੈ। ਭਾਈ ਕੋਈ ਆਪਣੇ ਘਰ ਤੋਂ ਇਹ ਸੋਚ ਕੇ ਤੁਰੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਤੋਂ ਇਹ ਦਾਤ ਲੈਣ ਚੱਲਿਆ ਹਾਂ, ਇਹ ਰੋਗਾਂ ਦਾ ਨਾਸ਼ ਕਰਵਾਉਣ ਚੱਲਿਆ ਹਾਂ, ਰੋਗ ਸੋਗ ਕਟਾਉਣ ਚੱਲਿਆ ਹਾਂ, ਝੋਲੀ ਵਿੱਚ ਸੁੱਖ ਪਵਾਉਣ ਚੱਲਿਆ ਹਾਂ। ਐਸੀ ਕੋਈ ਸ਼ਰਧਾ ਭਾਵਨਾ ਲੈ ਕੇ ਜਾਵੇ, ਸਮਰੱਥਾ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਗ ਕਰਵਾਵੇ, 5 10 50 500 ਜਿੰਨੀ ਵੀ ਸਮਰੱਥਾ ਹੈ ਸੰਗਤ ਦੀ। ਇਸ ਪ੍ਰਕਾਰ ਜੋ ਫਿਰ ਗੁਰੂ ਕੇ ਸਿੱਖ ਜਾਂਦੇ ਇਸ਼ਨਾਨ ਪਾਣ ਕਰਦੇ ਨੇ, ਬਹੁਤੇ ਐਸੇ ਨੇ ਇੱਥੋਂ ਹਰਿਮੰਦਰ ਸਾਹਿਬ ਨੂੰ ਚਲੇ ਜਾਂਦੇ ਨੇ, ਨਗਰ ਵਿੱਚ ਰੌਲਾ ਪਾ ਕੇ ਅੰਮ੍ਰਿਤਸਰ ਸਾਹਿਬ ਚੱਲੇ ਆ, ਤੇ ਅੱਗੇ ਜਦੋਂ ਸੰਗਤਾਂ ਦੀ ਲੈਣ ਲੱਗੀ ਵੇਖਦੇ ਨੇ ਸੰਗਤ ਜੀ, ਫਿਰ ਧੀਰਜ ਟੁੱਟ ਜਾਂਦਾ ਹੈ। ਫਿਰ ਬਾਹਰੋਂ ਹੀ ਇੱਦਾਂ ਕਹਿੰਦੇ ਨੇ, ਮਹਾਰਾਜ ਇੱਥੋਂ ਹੀ ਸਾਡਾ ਟੇਕਿਆ ਮੱਥਾ ਪ੍ਰਵਾਨ ਕਰੋ। ਵੀ ਭਲਿਆ ਜੇਕਰ ਬਾਹਰੋਂ ਹੀ ਮੱਥਾ ਟੇਕਣਾ ਹੈ ਤੇ ਨਗਰ ਦੇ ਗੁਰਦੁਆਰੇ 'ਚ ਟੇਕ ਲਾ। 300-400 ਰੁਪਈਆ ਖਰਚ ਕੇ ਵੀ ਗਿਆ ਹੈ ਤੇ ਬਾਹਰੋਂ ਹੀ ਸੰਗਤ ਜੀ ਮੱਥਾ ਟੇਕ ਕੇ ਆ ਗਿਆ। ਸੰਗਤਾਂ ਦੀ ਭੀੜ ਬੜੀ ਸੀ, ਉਹ ਤੇ ਧੱਕੇ ਬੜੇ ਵੱਜਦੇ ਸੀ। ਵਿਦਵਾਨਾਂ ਦਾ ਇਹ ਕਥਨ ਹੈ, ਜਿਨ੍ਹਾਂ ਲੋਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪੰਗਤਾਂ ਦੇ ਵਿੱਚ ਸੰਗਤਾਂ ਦੇ ਵਿੱਚ ਧੱਕੇ ਖਾ ਲਏ, ਸੰਗਤ ਜੀ ਜਿਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਲੈਣਾਂ ਵਿੱਚ ਧੱਕੇ ਵੱਜ ਗਏ ਨੇ, ਪਰ ਉਹਨਾਂ ਨੂੰ ਜਮਾਂ ਦੇ ਧੱਕੇ ਨਹੀਂ ਵੱਜਦੇ। ਲੋਕ ਪਰਲੋਕ ਉਹਨਾਂ ਦਾ ਸੁਧਰ ਜਾਂਦਾ ਹੈ, ਸਵਰ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਸ਼ਰਧਾ ਧਰਹਿ ਦਾਸ ਫਲ ਲੇਵ। ਜੋ ਸ਼ਰਧਾ ਭਾਵਨਾ ਦੇ ਨਾਲ ਆਵੇਗਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਟੁੱਟ ਭੰਡਾਰੇ ਵਰਤ ਰਹੇ ਨੇ, ਉਹੀ ਝੋਲੀ ਪਾ ਲਵੇਗਾ। ਆਜ ਪਾਸ ਇਸ ਫਲ ਕੀ ਕੀਜਹਿ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੰਗਤਾਂ ਨੂੰ ਸਮਝਾਇਆ ਹੈ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਬਾਬਤ। ਫਿਰ ਮਹਾਰਾਜ ਬੋਲੇ ਨੇ ਕਿ ਅੱਜ ਦੀ ਜੋ ਰਾਤ ਹੈ ਨਾ, ਉਹ ਰਾਮਸਰ ਸਾਹਿਬ ਦੇ ਵਿੱਚ ਹੀ ਬਤੀਤ ਕਰੀਏ, ਇੱਥੇ ਸਰੋਵਰ ਦੇ ਨਜ਼ਦੀਕ ਹੀ ਕੱਟਣਾ ਕਰੀਏ ਜੀ। ਪ੍ਰਾਤ ਕੋ ਤਹਿ ਗਮਨੀ ਜਹੇ। ਤੇ ਜਦੋਂ ਅੰਮ੍ਰਿਤ ਵੇਲਾ ਹੋ ਜਾਵੇਗਾ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਫਿਰ ਸੰਗਤਾਂ ਦੇ ਸਮੇਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਵਿੱਤਰ ਸਰੂਪ ਲਿਜਾ ਕਰਕੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੁਭਾਏਮਾਨ ਕਰਾਂਗੇ। ਸਭਨ ਆਹਾਰ ਕਰਿਓ ਸ਼ੁਭ ਖਾਨਾ। ਏਦਾਂ ਮਹਾਰਾਜ ਜੀਆਂ ਨੇ ਬੋਲ ਬੋਲ ਕੇ ਦੀਵਾਨਾਂ ਦੀ ਸਮਾਪਤੀ ਕੀਤੀ ਹੈ। ਸੰਗਤਾਂ ਦੀਵਾਨ ਵਿੱਚੋਂ ਦਰਬਾਰ ਵਿੱਚੋਂ ਉੱਠ ਕਰਕੇ ਪੰਗਤਾਂ ਸਜਾ ਲਈਆਂ ਨੇ। ਫਿਰ ਜਿਹੜਾ ਗੁਰੂ ਕਾ ਲੰਗਰ ਗੁਰੂ ਕੇ ਸਿੱਖਾਂ ਨੇ ਤਿਆਰ ਕੀਤਾ ਸੀ, ਰਾਮਸਰ ਸਰੋਵਰ ਦੇ ਵਿੱਚ ਸੰਗਤ ਜੀ ਆਸੇ ਪਾਸੇ ਵੱਡੀ ਗੁਰਸਿੱਖ ਸੰਗਤਾਂ ਦੀ ਗਿਣਤੀ ਹੈ। ਪੰਗਤਾਂ ਸਜੀਆਂ ਨੇ, ਪ੍ਰਸ਼ਾਦਾ ਵਰਤਦਾ ਹੈ। ਹੁਣ ਸੈਨ ਕੀਨਸ ਤਿਸ ਥਾਨਾ। ਫਿਰ ਸੰਗਤ ਜੀ ਉੱਥੇ ਹੀ ਸੰਗਤਾਂ ਜਿੱਥੇ ਜਿੱਥੇ ਜਿਸ ਨੂੰ ਥਾਂ ਮਿਲਿਆ ਹੈ, ਉੱਥੇ ਸੰਗਤ ਜੀ ਲੱਕ ਸਿੱਧਾ ਕਰਨ ਲਈ ਲੰਮੇ ਪੈ ਗਏ, ਕਿਉਂਕਿ ਲੰਬੇ ਸਮੇਂ ਤੋਂ ਤੁਰ ਕੇ ਆਏ ਸਨ। ਇੱਥੇ ਕੁਝ ਘੰਟੇ ਦਰਬਾਰ ਸਜਿਆ ਹੈ, ਮਹਾਰਾਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਸੁਣੀ ਹੈ। ਔਰ ਫਿਰ ਸੰਗਤ ਜੀ ਮਹਾਰਾਜ ਕਹਿੰਦੇ, ਭਾਈ ਇੱਥੇ ਹੀ ਰਾਤ ਬਤੀਤ ਕਰਾਂਗੇ, ਸਵੇਰ ਹੁੰਦਿਆਂ ਅਸੀਂ ਮਹਾਰਾਜ ਦਾ ਸਰੂਪ ਲਿਜਾ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਾਂਗੇ। ਇਹ ਸੁਣ ਕਰਕੇ ਸੰਗਤਾਂ ਨੇ ਪ੍ਰਸ਼ਾਦਾ ਛਕਿਆ ਹੈ। ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁੰਦਰ ਪਲੰਘ ਦੇ ਉੱਪਰ, ਸੁੰਦਰ ਆਸਣ ਦੇ ਉੱਪਰ ਮਹਾਰਾਜ ਜੀਆਂ ਨੂੰ ਸੁਖ ਆਸਣ ਕੀਤਾ ਹੈ। ਆਪ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭੁੰਜੇ ਧਰਤੀ ਤੇ ਸੁੱਤੇ। ਸਾਰੀਆਂ ਸੰਗਤਾਂ ਵੀ ਉਸ ਹਰੇ ਭਰੇ ਘਾਹ ਦੇ ਉੱਪਰ ਪਈਆਂ ਹਨ। ਗ੍ਰੰਥ ਸਾਹਿਬ ਆਦਰ ਕੇ ਏਤ। ਏਦਾਂ ਸੰਗਤ ਜੀ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਬੜੇ ਅਦਬ ਸਤਿਕਾਰ ਨਾਲ ਭੂਤਲ ਸੈਨੇ ਗੁਰੂ ਸਮੇਤ। ਗੁਰੂ ਸਾਹਿਬ ਜੀ ਆਪ ਤਾਂ ਥੱਲੇ ਪੈ ਗਏ ਨੇ ਸੰਗਤ ਜੀ, ਔਰ ਮਹਾਰਾਜ ਜੀਆਂ ਦਾ ਜੋ ਸਰੂਪ ਹੈ ਉਹ ਪਲੰਘ ਦੇ ਉੱਪਰ ਸੁਭਾਏਮਾਨ ਕਰ ਦਿੱਤਾ। ਇਹ ਬੜੀ ਸਿੱਖਣ ਵਾਲੀ ਗੱਲ ਹੈ।
ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸੰਗਤ ਜੀ ਸਹਿਜ ਪਾਠ ਆਮ ਤੌਰ ਤੇ ਹੀ ਪ੍ਰਕਾਸ਼ ਕਰਵਾਉਣੇ ਆਪਾਂ, ਤੇ ਮਹਾਰਾਜ ਜੀਆਂ ਦੀ ਜੋ ਪੀੜਾ ਸਾਹਿਬ ਬੜਾ ਨੀਵਾਂ ਹੁੰਦਾ ਹੈ। ਥੱਲੇ ਪ੍ਰਕਾਸ਼ ਕਰਵਾਉਣੇ ਆ, ਸੁੰਦਰ ਪੀੜਾ ਹੁੰਦਾ ਹੈ ਸੰਗਤ ਜੀ, ਫੁੱਟ 1.5 ਫੁੱਟ ਹੀ ਉੱਚਾ ਹੁੰਦਾ ਹੈ, ਤੇ ਆਪ ਆਪਾਂ ਸਾਰਾ ਟੱਬਰ ਸੰਗਤ ਜੀ ਬਿੱਡਾਂ ਤੇ ਚੜੇ ਬੈਠੇ ਹੁੰਦੇ। ਇੱਕ ਕਮਰੇ ਵਿੱਚ ਮਹਾਰਾਜ ਦਾ ਸਰੂਪ ਬੜਾ ਨੀਵਾਂ ਹੁੰਦਾ ਹੈ। ਆਪ ਅਸੀਂ ਸੰਗਤ ਜੀ ਰਾਤਾਂ ਨੂੰ ਬਿੱਟਾਂ ਦੇ ਉੱਪਰ, ਮੰਜਿਆਂ ਦੇ ਉੱਪਰ ਚੜ੍ਹ ਕਰਕੇ, ਕਈ ਵਾਰੀ ਤੇ ਸਾਹਮਣੇ ਕੁਰਸੀ ਢਾਹ ਕਰਕੇ ਵੀ ਬਹਿ ਜਾਂਦੇ। ਇੱਦਾਂ ਨਹੀਂ ਹੋਣਾ ਚਾਹੀਦਾ। ਜੇਕਰ ਮਹਾਰਾਜ ਜੀਆਂ ਦਾ ਸਰੂਪ ਕਿਸੇ ਬੈੱਡ ਦੇ ਉੱਪਰ ਮੰਜੀ ਲਾ ਕਰਕੇ, ਕਿਸੇ ਤਖਤ ਦੇ ਉੱਪਰ ਸੁਭਾਏਮਾਨ ਸਾਡੇ ਤੋਂ ਉੱਚਾ ਹੈ, ਫਿਰ ਕੋਈ ਹਰਜ ਨਹੀਂ ਮੰਜੇ ਤੇ ਪੈਣ ਦਾ, ਬੈੱਡ ਤੇ ਪੈਣ ਦਾ। ਪਰ ਜੇਕਰ ਮਹਾਰਾਜ ਜੀਆਂ ਦਾ ਸਰੂਪ ਨੀਵਾਂ ਹੈ, ਫਿਰ ਸੰਗਤ ਜੀ ਸਾਨੂੰ ਵੀ ਗੱਦੇ ਸਿੱਧ ਕੇ ਪੁੰਜੇ ਹੀ ਸੌਣਾ ਚਾਹੀਦਾ। ਕਿਉਂਕਿ ਜੇਕਰ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਾਰੀਆਂ ਦਾਤਾਂ ਬਖਸ਼ਣ ਵਾਲੇ ਪੁੰਜੇ ਪੈ ਸਕਦੇ ਨੇ, ਤੇ ਸਾਨੂੰ ਸੰਗਤ ਜੀ ਕੀ ਹੋਇਆ ਹੈ। ਜੇ ਜ਼ਿੰਦਗੀ ਦੇ ਵਿੱਚੋਂ ਹਫ਼ਤਾ, 1.5 ਹਫ਼ਤਾ, 9 ਦਿਨ, 11 ਦਿਨ ਥੱਲੇ ਗੱਦੇ ਸੁੱਟ ਕੇ ਪੈ ਜਾਵਾਂਗੇ ਤੇ ਕੀ ਹੋਵੇਗਾ। ਇਹ ਸੰਗਤ ਜੀ ਸੱਚੇ ਪਾਤਸ਼ਾਹ ਦੇ ਸਤਿਕਾਰ ਦੀਆਂ ਗੱਲਾਂ ਨੇ। ਕਈ ਵਾਰੀ ਕਹਿੰਦੇ ਆ ਪਾਠ ਵੀ ਕਰਵਾਇਆ ਏ, ਪਰ ਉਹ ਕਾਰਜ ਨਹੀਂ ਚੜਿਆ, ਰੋਗ ਸੋਗ ਨਹੀਂ ਮਿਟਿਆ। ਜਿਹੜੀ ਅਸੀਂ ਜਾਣੇ ਅਣਜਾਣੇ ਬੇਅਦਬੀ ਕਰਦੇ ਹਾਂ, ਮਹਾਰਾਜ ਜੀਆਂ ਦਾ ਨਿਰਾਦਰ ਕਰਦੇ ਹਾਂ, ਫਿਰ ਉਹਦਾ ਲੇਖਾ ਕਿਹਨੇ ਦੇਣਾ ਹੈ ਸੰਗਤ ਜੀ। ਇਸ ਲਈ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ। ਕਵੀ ਜੀ ਕਹਿੰਦੇ ਨੇ ਮਹਾਰਾਜ ਜੀਆਂ ਦਾ ਸਰੂਪ, ਮਹਾਰਾਜ ਜੀਆਂ ਨੇ ਸੁੰਦਰ ਪਲੰਘ ਸਾਹਿਬ ਤੇ ਸੁੰਦਰ ਆਸਣ ਤੇ ਸੁਖ ਆਸਣ ਕੀਤਾ ਹੈ। ਆਪ ਸੰਗਤਾਂ ਦੇ ਨਾਲ ਮਹਾਰਾਜ ਧਰਤੀ ਤੇ ਸੁੱਤੇ ਨੇ। ਹਿਰਦੈ ਵਿਚਾਰਨ ਸ੍ਰੀ ਗੁਰ ਕਰੈ। ਮਹਾਰਾਜ ਲੰਮੇ ਪਏ ਹੋਏ ਉੱਪਰ ਅਸਮਾਨ ਵੱਲ ਵੇਖਦੇ ਨੇ, ਔਰ ਮਹਾਰਾਜ ਰਾਤ ਨੂੰ ਪਏ ਸੋਚਦੇ ਹਨ। ਟਹਿਲ ਗ੍ਰੰਥ ਕੀ ਕੌਣ ਸੁਧਰੈ। ਮਹਾਰਾਜ ਪਏ ਸੋਚਦੇ ਨੇ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਜੋ ਸੇਵਾ ਹੈ ਕਿਸ ਨੂੰ ਦਈਏ, ਕਿ ਕੌਣ ਪ੍ਰਕਾਸ਼ ਕਰਿਆ ਕਰੇਗਾ, ਕੌਣ ਸੁਖ ਆਸਣ ਕਰਿਆ ਕਰੇਗਾ, ਕੌਣ ਹੁਕਮਨਾਮਾ ਲਿਆ ਕਰੇਗਾ, ਕੌਣ ਮਹਾਰਾਜ ਜੀਆਂ ਦੇ ਵਸਤਰ ਬਦਲਿਆ ਕਰੇਗਾ, ਕੌਣ ਸੁੰਦਰ ਤਖਤ ਸਜਾਇਆ ਕਰੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਪੈ ਸੋਚਦੇ ਨੇ ਇਹ ਸੇਵਾ ਕਿਸ ਗੁਰਸਿੱਖ ਨੂੰ ਦਈਏ ਜੀ। ਬੇਦੀ ਦੇਵਨ ਭੱਲੇ ਬੰਸ। ਗੁਰੂ ਅਰਜਨ ਦੇਵ ਮਹਾਰਾਜ ਵਿਚਾਰਾਂ ਕਰਦੇ ਕਰਦੇ ਸੋਚ ਰਹੇ ਨੇ ਕਿ ਜੋ ਬੇਦੀਆਂ ਦੀ ਬੰਸ਼ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਪਰਿਵਾਰ ਹੈ, ਉਹਦੇ ਵਿੱਚ ਵੀ ਜਿਹੜੇ ਬੜੇ ਗੁਰਸਿੱਖ ਨੇ, ਬੜੇ ਪਰਿਵਾਰ ਵਸਦੇ ਨੇ। ਫਿਰ ਗੁਰੂ ਅੰਗਦ ਦੇਵ ਜੀ ਜੋ 3 ਕੁਲ ਵਿੱਚ ਜਨਮੇ ਸਨ, ਉਹਨਾਂ ਦੇ ਵੀ ਬੜੇ ਪਰਿਵਾਰ ਨੇ। ਬਾਬਾ ਦਾਸੂ ਦਾਤੂ ਹੁਣੀ ਅੱਗੇ ਉਹਨਾਂ ਦੇ ਪੁੱਤਰ ਧੀਆਂ ਹਨ। ਇੱਦਾਂ ਉਹ ਵੀ ਪਰਿਵਾਰ ਸੋਭਾ ਪਾਉਂਦਾ ਹੈ। ਸੋਢੀ ਜੇ ਕੁਲ ਕੇ ਅਵਤਾਂਛ। ਫਿਰ ਸੰਗਤ ਜੀ ਜਿੱਥੋਂ ਫਿਰ ਭੱਲੇ ਆ ਗਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਰਿਵਾਰ, ਬਾਬੇ ਮੋਹਨ ਮੋਹਰੀ ਹੁਣੀ ਉਹ ਵੀ ਵਸ ਰਹੇ। ਫਿਰ ਅੱਗੇ ਸੋਢੀ ਕੁਲ ਸ਼ੁਰੂ ਹੋ ਗਈ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਤੋਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਸੋਚਦੇ ਨੇ ਕਿ ਪਰਿਵਾਰ ਬੜੀ ਭਾਵਨਾ ਵਾਲੇ ਵੀ ਹਨ। ਇਹਨਾਂ ਸਾਰਿਆਂ ਵਿੱਚੋਂ ਕਿਸ ਪਰਿਵਾਰ ਨੂੰ ਸੇਵਾ ਦਿੱਤੀ ਜਾਵੇ ਜੀ। ਨਿਜ ਕੁਲ ਕੋ ਇਨ ਕੋ ਹੰਕਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਵਿਚਾਰ ਕਰ ਰਹੇ ਨੇ ਕਿ ਇਹਨਾਂ ਨੂੰ ਹੰਕਾਰ ਹੈ। ਕੋਈ ਕਹਿੰਦਾ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਅੰਸ਼ ਵੰਸ਼ ਚੋਂ ਹੈ, ਕੋਈ ਕਹਿੰਦਾ ਹੈ ਗੁਰੂ ਅੰਗਦ ਦੇਵ ਜੀਆਂ ਦੀ ਅੰਸ਼ ਵੰਸ਼ ਚੋਂ ਹੈ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀਆਂ ਦੀ। ਮਹਾਰਾਜ ਕਹਿੰਦੇ ਭਾਈ ਹੰਕਾਰ ਨਹੀਂ ਹੋਣਾ ਚਾਹੀਦਾ, ਹੰਕਾਰ ਨਹੀਂ ਪਾਉਂਦਾ ਮਹਾਰਾਜ ਕਹਿੰਦੇ। ਇਸ ਲਈ ਇਹਨਾਂ ਨੂੰ ਤੇ ਥੋੜਾ ਬਹੁਤਾ ਹੰਕਾਰ ਇਹਨਾਂ ਵਿੱਚ ਵਸਦਾ ਹੈ। ਕਰ ਨਾ ਸਕੇਂਗੇ ਸੇਵ ਉਦਾਰਾ। ਭਾਈ ਹੰਕਾਰੀ ਬੰਦਾ ਕਦੋਂ ਸੇਵਾ ਕਰ ਸਕਦਾ ਹੈ? ਹੰਕਾਰੀ ਦਾ ਹੰਕਾਰ ਹੀ ਲੋਟ ਆ ਜਾਵੇ, ਫੇਰ ਕਿਤੇ ਜਾ ਕੇ ਝਾੜੂ ਪੋਚਾ ਕਰੇ। ਹੰਕਾਰੀ ਨਹੀਂ ਚੁੱਕ ਸਕਦਾ, ਹੰਕਾਰੀ ਸੇਵਾ ਸਿਮਰਨ ਨਹੀਂ ਕਰ ਸਕਦਾ, ਸਿਰਫ ਸਲਾਹਾਂ ਹੀ ਦੇ ਸਕਦਾ ਹੈ, ਊਣ ਤਾਈਆਂ ਵੇਖ ਸਕਦਾ ਹੈ, ਸੁਝਾਅ ਦੇ ਸਕਦਾ ਹੈ, ਸੇਵਾ ਸਿਮਰਨ ਸਤ ਸੰਗਤ ਨਹੀਂ ਕਰ ਸਕਦਾ ਜੀ। ਇੱਕ ਸੇਵਕ ਕੀ ਵਸਤ ਸਦੀਵਾ। ਮਹਾਰਾਜ ਕਹਿੰਦੇ ਫਿਰ ਇਹ ਤੇ ਮਹਾਰਾਜ ਦੀ ਜਿਹੜੀ ਸੇਵਾ ਹੈ ਨਾ, ਇਹ ਤੇ ਭਾਈ ਨਿਮਰਤਾ ਦੇ ਨਾਲ ਹੁੰਦੀ ਹੈ।
ਤੇ ਹਮੇਸ਼ਾ ਜਿਸ ਦੇ ਅੰਦਰ ਨਿਮਰਤਾ ਵਸਦੀ ਹੈ ਉਹੀ ਇਹ ਸੇਵਾ ਸਾਂਭ ਸਕਦਾ ਹੈ। ਨਿਰਹੰਕਾਰ ਜਿਨਹੁ ਮਨ ਨੀਵਾ, ਜਿਨ੍ਹਾਂ ਦਾ ਮਨ ਨੀਵਾ ਹੈ, ਹੰਕਾਰ ਤੋਂ ਰਹਿਤ ਹਾਨਾ। ਸੇਵਾ ਵਿਖੇ ਨਿਪੁੰਨ ਜੋ ਹੋਏ, ਜੋ ਭਾਈ ਸੇਵਾ ਵਿੱਚ ਨਿਪੁੰਨ ਹੋਵੇ, ਫਿਰ ਸਾਥਿਆ ਪੰਥਿਆ ਕੀਤੀ ਹੋਵੇ, ਜਿਸ ਨੂੰ ਗੁਰੂ ਮਰਿਆਦਾ ਦਾ ਪਤਾ ਹੋਵੇ, ਜਿਸ ਨੇ ਇਹ ਚੀਜ਼ ਸਿੱਖੀ ਹੋਵੇ, ਉਸ ਨੂੰ ਮਹਾਰਾਜ ਕਹਿੰਦੇ ਸੇਵਾ ਦਿੱਤੀ ਜਾਣੀ ਚਾਹੀਦੀ ਹੈ। ਕਰੀਏ ਹੈ ਇਹਾ ਸਥਾਪਨ ਸੋਏ, ਇਸ ਪ੍ਰਕਾਰ ਅਸੀਂ ਉਸ ਨੂੰ ਸੇਵਾ ਬਖਸ਼ਾਂਗੇ ਜੋ ਸੇਵਾ ਵਿੱਚ ਨਿਪੁੰਨ ਹੋਵੇਗਾ। ਸ੍ਰੀ ਨਾਨਕ ਕੋ ਦਰਸ਼ਨ ਕੀਨਾ, ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਘਰ ਦੀ ਸੇਵਾ ਕਰਨ ਵਾਲਾ ਹੋਵੇ, ਜਿਸ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਣ, ਐਸੇ ਗੁਰਸਿੱਖ ਨੂੰ ਇਸ ਪ੍ਰਕਾਰ ਸੇਵਾ ਬਖਸ਼ਾਂਗੇ। ਅਸਬੁੱਢਾ ਵਿੱਚ ਸੇਵ ਪਰਬੀਨਾ, ਪਰ ਏਦਾਂ ਵਿਚਾਰਾ ਕਰਦੇ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਚਦੇ ਨੇ ਕਿ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੈ, ਇਹ ਦੇਖੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਘਰ ਦੇ ਨਾਲ ਜੁੜੇ ਹੋਏ। ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ, ਫਿਰ ਗੁਰੂ ਅੰਗਦ ਦੇਵ ਜੀਆਂ ਦੀ ਸੇਵਾ, ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੇਵਾ, ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਸੇਵਾ ਹੁਣ ਸਾਡੇ ਕੋਲ ਨੇ। ਗੁਰੂ ਅਰਜਨ ਦੇਵ ਬੈਠੇ ਸੋਚਦੇ ਨੇ ਕਿ ਕਦੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਬੱਠਲ ਕਢਾਈਏ, ਕਈ ਚਲਾਉਂਦੇ ਢਾਉਂਦੇ ਨੇ ਮਿੱਟੀ ਨੂੰ, ਕਦੇ ਇਸ ਪ੍ਰਕਾਰ ਸੁੰਦਰ ਦੀਵਾਨ ਸਜਾ ਕਰਕੇ ਸੰਗਤਾਂ ਨੂੰ ਇੱਦਾਂ ਸੁਚੇਤ ਕਰਦੇ ਨੇ। ਗੁਰਸਿੱਖੀ ਪ੍ਰਤੀ ਬੜਾ ਪ੍ਰੇਮ ਹੈ, ਬੜਾ ਦਰਦ ਹੈ ਗੁਰਸਿੱਖੀ ਦਾ ਬਾਬਾ ਬੁੱਢਾ ਸਾਹਿਬ ਜੀਆਂ ਦੇ ਅੰਦਰ, ਇਸ ਲਈ ਇਹੀ ਸਾਨੂੰ ਭਾਉਂਦੇ ਹਨ। ਵਿਚਾਰ ਕਰ ਨਿੰਦਰਾ ਪਾਈ, ਏਦਾਂ ਵਿਚਾਰਾਂ ਕਰਦੇ ਕਰਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਨੀਂਦ ਆਈ ਹੈ। ਜਾਗੇ ਜਾਮਨ ਜਾਮ ਰਹਾਈ, ਸੰਗਤ ਜੀ ਫਿਰ ਪਹਿਰ ਰਾਤ ਰਹਿੰਦੇ, ਮਹਾਰਾਜ 2:30 ਵਜੇ ਉੱਠੇ ਹਨ। ਬੁੱਢਾ ਪੌਨ ਗੁਰਦਾਸ ਸੋ ਜਾਗੇ, ਜਦੋਂ ਮਹਾਰਾਜ ਉੱਠੇ ਨੇ, ਸੰਗਤ ਜੀ ਚਰਨਾਂ ਦਾ ਥੋੜਾ ਬਹੁਤਾ ਖੜਕਾ ਹੋਇਆ ਹੈ, ਫਿਰ ਨਾਲ ਹੀ ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਉੱਠ ਖੜੇ ਨੇ। ਸ੍ਰੀ ਗੁਰੂ ਚਰਨ ਪ੍ਰੇਮ ਮਹਿ ਭਾਗੇ, ਆ ਕਰਕੇ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀਆਂ ਦੇ ਚਰਨੀ ਮੱਥਾ ਟੇਕਿਆ ਹੈ। ਸੋਚ ਰਾਮਸਰ ਕੀਨ ਸਨਾਨਾ, ਫਿਰ ਰਾਮਸਰ ਸਰੋਵਰ ਦੇ ਉੱਪਰ ਪਹਿਲੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਵਰਗਿਆਂ ਨੇ ਜਿਵੇਂ ਜਿਵੇਂ ਜਾਗ ਆਉਂਦੀ ਗਈ, ਸਿੱਖ ਸੰਗਤਾਂ ਉੱਠ ਕਰਕੇ ਸੌਚ ਇਸ਼ਨਾਨ ਕਰਦੀਆਂ ਹਨ। ਬੱਦਰੀ ਤਾਰ ਬੈਠੇ ਕਰ ਧਿਆਨ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ਼ਨਾਨ ਪਾਣ ਕਰਕੇ ਰਾਮਸਰ ਸਰੋਵਰ ਦੇ ਨਜ਼ਦੀਕ ਜੋ ਕਰੀਰ ਦਾ ਰੁੱਖ ਹੈ, ਉਸ ਦੇ ਥੱਲੇ ਬਹਿ ਗਏ ਨੇ। ਦਵੇ ਘਟਕਾ ਲਖ ਅੰਮ੍ਰਿਤ ਕਾਲਾ, ਮਹਾਰਾਜ ਜੀਆਂ ਨੇ 2 ਘੜੀਆਂ ਅੰਮ੍ਰਿਤ ਵੇਲਾ ਸਾਂਭਿਆ ਹੈ, ਨਿਤਨੇਮ ਕੀਤਾ ਹੈ। ਸ੍ਰੀ ਅਰਜਨ ਬਚ ਕਹਿਓ ਰਸਾਲਾ, ਫਿਰ ਸੰਗਤ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਬੋਲੇ ਹਨ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ, ਜਦੋਂ ਸਾਰੀਆਂ ਸੰਗਤਾਂ ਤਿਆਰ ਬਰ ਤਿਆਰ ਹੋ ਗਈਆਂ ਨੇ, ਮਹਾਰਾਜ ਦੇ ਹਜ਼ੂਰ ਆ ਕੇ ਬਹਿ ਗਈਆਂ ਨੇ, ਫਿਰ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਭਰੇ ਦਰਬਾਰ ਅੰਦਰ ਧੰਨ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਸੁਣਾਇਆ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਹੁਣ ਸਮਾਂ ਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਰਾਮਸਰ ਸਰੋਵਰ ਤੋਂ ਲਿਜਾ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀਆਂ ਵਿੱਚ ਸੁਭਾਏਮਾਨ ਕਰੀਏ। ਆਪ ਜੀ ਕਿਰਪਾ ਕਰਕੇ ਕਮਰ ਕਸਾ ਕਰੋ, ਅਰਦਾਸ ਬੇਨਤੀ ਕਰਕੇ ਸੰਗਤਾਂ ਦੇ ਵਿੱਚ ਅਰਦਾਸਾਂ ਸੋਧ ਕਰਕੇ ਮਹਾਰਾਜ ਜੀਆਂ ਦੀ ਜੋ ਭੀੜ ਹੈ, ਬੜੇ ਅਦਬ ਸਤਿਕਾਰ ਨਾਲ ਸਿਰ ਤੇ ਸਵਾਰੀ ਚੁੱਕੋ ਜੀ। ਆਗੇ ਚੱਲ ਪੋ ਸੁਦਾ ਸਰਪੰਥ, ਤੇ ਅੱਗੇ ਅੱਗੇ ਚੱਲਣਾ ਹੈ, ਸੰਗਤਾਂ ਮਗਰ ਮਗਰ ਚੱਲਣਗੀਆਂ। ਆਪ ਜੀਆਂ ਨੇ ਅੱਗੇ ਅੱਗੇ ਚੱਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਰਸਤਾ ਪਕੜਨਾ ਹੈ। ਮਨ ਬਾਕ ਨਾ ਭਇਓ ਅਗਾਰੇ, ਏਦਾਂ ਸੰਗਤ ਜੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਮਹਾਰਾਜ ਜੀਆਂ ਦੇ ਬਚਨ ਸੁਣੇ, ਮਾਨ ਬਾਕ ਨਾ ਭਇਓ ਅਗਾਰੇ। ਮਹਾਰਾਜ ਜੀਆਂ ਦਾ ਸਰੂਪ 2 ਗੁਰਸਿੱਖਾਂ ਨੇ
ਬਾਬਾ ਬੁੱਢਾ ਸਾਹਿਬ ਜੀਆਂ ਦੇ ਸਿਰ ਦੇ ਉੱਪਰ ਸਵਾਰੀ ਚੁਕਾਈ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਨੰਗੇ ਪੈਰੀ ਅੱਗੇ ਅੱਗੇ ਤੁਰੇ, ਸਿੱਖ ਸੰਗਤਾਂ ਮਗਰ ਮਗਰ ਤੁਰਦੀਆਂ ਹਨ। ਚਮਰ ਗੁਰੂ ਅਰਜਨ ਕਰ ਧਾਰੇ, ਚਾਰ ਸਾਹਿਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹੱਥ ਵਿੱਚ ਪਕੜੀ ਹੈ। ਸੰਖ ਅਨਕ ਲਗ ਦੁੰਦਬ ਬਾਜੇ, ਪਰ ਸੰਗਤ ਜੀ ਸੰਖ ਵਜਾਏ ਗਏ ਨੇ, ਛੋਟੇ ਨਗਾਰੇ ਵੱਜੇ ਹਨ। ਜੈ ਜੈਕਾਰ ਊਚ ਸੁਰਗਾਜੇ, ਉੱਚੀਆਂ ਸੁਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸੰਗਤ ਜੀ ਜੈ ਜੈਕਾਰ ਕਰਦੀਆਂ ਹਨ। ਸੁੰਦਰ ਸ੍ਰੀ ਹਰਗੋਬਿੰਦ ਚੰਦ, ਸੁੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਾਲਕ ਪੁੱਤਰ ਬਾਲਕ ਹਰਗੋਬਿੰਦ ਸਾਹਿਬ ਜੀ। ਸੰਗ ਚਲਤ ਕੋਈ ਸੋਭ ਬਿਲੰਦ, ਉਹ ਵੀ ਸੰਗਤ ਜੀ ਏਦਾਂ ਛੋਟੇ ਛੋਟੇ ਕਦਮਾਂ ਦੇ ਨਾਲ ਤੁਰ ਰਹੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ ਅੱਗੇ ਅੱਗੇ ਜਾ ਰਹੇ ਨੇ। ਗੁਰੂ ਅਰਜਨ ਦੇਵ ਜੀਆਂ ਨੇ ਚਾਰ ਸਾਹਿਬ ਪਕੜਿਆ ਹੈ। ਮਗਰ ਮੂਹਰੇ ਸੰਖ ਵਜਾਉਣ ਵਾਲੇ, ਨਗਾਰੇ ਵਜਾਉਣ ਵਾਲੇ, ਜੜ ਦਾ ਛਿੜਕਾਅ ਕਰਨ ਵਾਲੇ, ਘੰਡਿਆਲ ਵਜਾਉਣ ਵਾਲੇ ਗੁਰੂ ਕੇ ਸਿੱਖ ਜਾ ਰਹੇ ਨੇ। ਤੇ ਇਹਨਾਂ ਸੰਗਤਾਂ ਦੇ ਇਕੱਠ ਦੇ ਵਿੱਚ ਹੀ ਸੰਗਤ ਜੀ ਬਾਲਕ ਹਰਗੋਬਿੰਦ ਸਾਹਿਬ ਵੀ ਨਾਲ ਤੁਰਦੇ ਨੇ। ਹਰਮੰਦਰ ਮਹਿ ਜਾਏ ਪਹੁੰਚੇ, ਏਦਾਂ ਸੰਗਤ ਜੀ ਕੁਝ ਕੁ ਸਮਾਂ ਤੁਰਨ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਸਤਿਨਾਮ ਵਾਹਿਗੁਰੂ ਦਾ ਸੰਗਤ ਜਾਪ ਕਰਦੀ ਹੋਈ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚੀ ਹੈ। ਰਾਗੀ ਰਾਗ ਕਰਤ ਸੁਰ ਉੱਚੇ, ਸੰਗਤ ਜੀ ਜਦੋਂ ਹਰਮੰਦਰ ਸਾਹਿਬ ਜੀਆਂ ਦੇ ਵਿੱਚ ਮਹਾਰਾਜ ਜੀਆਂ ਦਾ ਸਰੂਪ ਪਰਿਕਰਮਾ ਦੇ ਵਿੱਚ ਲੈ ਕੇ ਗਈ ਹੈ ਸੰਗਤ, ਔਰ ਉਹ ਸਮੇਂ ਜਿਹੜੇ ਰਾਗੀ ਸਿੱਖ ਅੰਮ੍ਰਿਤ ਵੇਲੇ ਦਾ ਕੀਰਤਨ ਕਰਦੇ ਸਨ। ਮੰਜੀ ਸਹਿਤ ਗ੍ਰੰਥ ਦਹਿ ਥਾਪ, ਪਰ ਸੰਗਤ ਜੀ ਏਦਾਂ ਦਰਸ਼ਨੀ ਦਿਉੜੀ ਉੱਪਰ ਦੀ ਲੰਘ ਕਰਕੇ, ਪੁਲ ਉੱਪਰ ਦੀ ਲੰਘ ਕਰਕੇ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸ਼ੋਭਾ ਪਾਉਂਦਾ ਹੈ ਸੁੰਦਰ ਦਰਬਾਰ, ਉੱਥੇ ਜਾ ਕਰਕੇ ਜੋ ਮੰਜੀ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਸਿਰ ਤੋਂ ਉਤਾਰਿਆ ਹੈ, ਔਰ ਜਿਹੜੀ ਸੁੰਦਰ ਥੜੀ ਬਣੀ ਹੈ, ਛੋਟੀ ਜਿਹੀ ਹੈ, ਹੁਣ ਵੀ ਜਦੋਂ ਧਵਾਈ ਦੀ ਸੇਵਾ ਹੁੰਦੀ ਹੈ ਉਦੋਂ ਸੰਗਤ ਜੀ ਗੁਰੂ ਕੇ ਸਿੱਖ ਦਰਸ਼ਨ ਕਰਦੇ ਨੇ। ਉੱਥੇ ਜਾ ਕਰਕੇ ਮੰਜੀ ਸਾਹਿਬ ਟਿਕਾਉਣਾ ਕੀਤੀ ਹੈ। ਬੈਠੇ ਨਿਕਟ ਗੁਰੂ ਤਬ ਆਪ, ਮਹਾਰਾਜ ਇਸ ਪ੍ਰਕਾਰ ਜਦੋਂ ਮੰਜੀ ਸਾਹਿਬ ਟਿਕਾ ਦਿੱਤੀ ਹੈ ਸੰਗਤ ਜੀ ਸੁੰਦਰ ਵਿਛਾਈ ਦੇ ਉੱਪਰ, ਮਹਾਰਾਜ ਜੀ ਚੌਰ ਸਾਹਿਬ ਪਕੜ ਕਰਕੇ ਕੋਲ ਹੀ ਬੈਠੇ ਨੇ। ਵਾਰ ਭੋਗ ਕੋ ਸੁਨ ਮਨ ਲਾਈ, ਏਦਾਂ ਸੰਗਤ ਜੀ ਆਸਾ ਦੀ ਵਾਰ ਦਾ ਭੋਗ ਪਿਆ ਹੈ। ਆਸਾ ਦੀ ਵਾਰ ਰਾਗੀ ਸਿੰਘ ਪੜ੍ਹ ਰਹੇ ਸਨ। ਪੁਰਾਤਨ ਸਮਿਆਂ ਦੇ ਵਿੱਚ ਇਹ ਮਰਿਆਦਾ ਹੋਇਆ ਕਰਦੀ ਸੀ, ਜਦੋਂ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਆਸਾ ਦੀ ਵਾਰ ਦੇ ਭੋਗ ਪੈ ਜਾਂਦੇ ਸਨ, ਸਮਾਪਤੀ ਹੁੰਦੀ ਸੀ, ਫਿਰ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਪਰ ਅਜੋਕੇ ਸਮੇਂ ਵਿੱਚ ਮਰਿਆਦਾ ਵਿੱਚ ਤਬਦੀਲੀ ਆਈ ਹੈ ਕਿ ਆਸਾ ਦੀ ਵਾਰ ਚਲਦੇ ਹੀ ਸੰਗਤ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਹੈ। ਇਸ ਪ੍ਰਕਾਰ ਆਸਾ ਦੀ ਵਾਰ ਦਾ ਭੋਗ ਪਿਆ ਹੈ, ਮਹਾਰਾਜ ਜੀਆਂ ਦਾ ਸਰੂਪ ਸੁਭਾਏਮਾਨ ਕੀਤਾ ਹੈ। ਸ੍ਰੀ ਅਰਜਨ ਪਨ ਗਿਰਾ ਅਲਾਈ, ਧੰਨ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਗੁਰਦਾਸ ਵਰਗੇ ਸੇਵਾਦਾਰਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਪ੍ਰਕਾਸ਼ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਬੋਲੇ ਹਨ, ਬੁੱਢਾ ਸਾਹਿਬ ਖੋਲ੍ਹ ਗ੍ਰੰਥ, ਮਹਾਰਾਜ ਜੀਆਂ ਨੇ ਹੁਕਮ ਕੀਤਾ ਹੈ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ। ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰੋ ਜੀ। ਲਿਖੋ ਆਵਾਜ਼ ਸੁਨੋ ਸਭ ਪੰਥ, ਲੇਹੋ ਆਵਾਜ਼ ਤੋਂ ਭਾਵ ਹੁਕਮਨਾਮਾ ਲਓ। ਬਾਬਾ ਬੁੱਢਾ ਸਾਹਿਬ ਜੀ ਆਵਾਜ਼ ਲਾਓ, ਸ਼ਬਦ ਲਾਓ, ਸਾਰਾ ਪੰਥ ਹੀ ਸੁਣੇਗਾ। ਸੁਨ ਗੁਰ ਬਚਨ ਰੁਚਰ ਮਨ ਲਾਇਕ, ਗੁਰੂ ਕੇ ਬਚਨ ਸੁਣ ਕਰਕੇ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬੋਲ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਜੀਆਂ ਨੇ 7 ਬਚਨ ਕਿਹਾ ਹੈ। ਸਤ ਬਾਕ ਮੁਖ ਜਲਜ ਅਲਾਇਕ, ਹੱਥ ਜੋੜ ਕਰਕੇ ਬਾਬਾ ਬੁੱਢਾ ਸਾਹਿਬ ਜੀਆਂ ਨੇ 7 ਬਚਨ ਕਿਹਾ ਹੈ, ਔਰ ਸੰਗਤ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਸੁੰਦਰ ਪੋਸ਼ਾਕੇ ਰਮਾਲਾ ਸਾਹਿਬ ਲੱਗੇ ਹਨ।
ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਬੜੇ ਆਦਰ ਸਤਿਕਾਰ ਦੇ ਨਾਲ ਮਹਾਰਾਜ ਜੀਆਂ ਦੇ ਜੋ ਵਸਤਰ ਉਤਾਰੇ ਹਨ, ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਹੋਇਆ ਹੈ। ਲੈ ਆਵਾਜ਼ ਬੁੱਢਾ ਮੁਖ ਬੋਲਾ। ਪਰ ਸਾਰੀਆਂ ਸੰਗਤਾਂ ਇਕਾਗਰ ਚਿਤ ਹੋ ਗਈਆਂ, ਸਾਵਧਾਨ ਹੋ ਗਈਆਂ, ਹੱਥ ਜੋੜ ਲਏ, ਨਿਮਰਤਾ ਵਿੱਚ ਆ ਕਰਕੇ, ਸ਼ਰਧਾ ਵਿੱਚ ਆ ਕਰਕੇ ਅੱਖਾਂ ਝੁਕ ਗਈਆਂ, ਨੀਵੀਆਂ ਪੈ ਗਈਆਂ ਨੇ ਸੰਗਤ ਜੀ। ਪਰ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਚੀ ਆਵਾਜ਼ ਦੇ ਵਿੱਚ ਇਸ ਪ੍ਰਕਾਰ ਬੋਲਦੇ ਨੇ। ਸੂਹੀ ਮਹੱਲਾ ਪੰਜਵਾ। ਜੋ ਪਹਿਲਾ ਹੁਕਮਨਾਮਾ ਸੰਗਤ ਜੀ ਆਇਆ ਸੀ, ਉਹ ਸੂਹੀ ਰਾਗ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬੋਲ ਸਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਪਹਿਲਾ ਹੁਕਮਨਾਮਾ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਮੁਖ ਤੋਂ ਪੜ੍ਹਿਆ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਕਿ ਜੋ ਸੰਤਾਂ ਮਹਾਂਪੁਰਖਾਂ ਨੇ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਾਰਜ ਆਰੰਭ ਕੀਤਾ ਸੀ। ਬੇਰੀ ਥੱਲੇ ਆ ਕਰਕੇ ਹਰਿਮੰਦਰ ਸਾਹਿਬ ਦਾ ਟੱਕ ਲਾਇਆ ਸੀ। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆ ਕਰਕੇ ਉਸ ਟੱਕ ਦੀ ਭਾਲ ਕੀਤੀ, ਪਹਿਚਾਣ ਕੀਤੀ। ਫਿਰ ਸੰਗਤ ਜੀ ਅੰਮ੍ਰਿਤ ਸਰੋਵਰ ਦੀ ਖੁਦਾਈ ਹੋਈ, ਸੁੰਦਰ ਸਰੋਵਰ ਬਣਿਆ ਹੈ, ਆਸੇ ਪਾਸੇ ਪੌੜੀਆਂ ਬਣੀਆਂ ਨੇ, ਵਿੱਚ ਸੋਹਣਾ ਹਰਿਮੰਦਰ ਸਾਹਿਬ ਬਣਾਇਆ ਗਿਆ ਹੈ, 4 ਦਰਵਾਜ਼ੇ ਰੱਖੇ ਨੇ। ਆਦਿਕ ਜੋ ਸਾਰਾ ਕਾਰਜ ਸੀ ਸੰਤਾਂ ਕੇ ਕਾਰਜ ਆਪ ਖਲੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨਿਮਰਤਾ ਦੇ ਬੋਲ ਬੋਲਦੇ ਨੇ ਕਿ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਲਿਖਵਾਈ ਹੈ, ਗੁਰੂ ਸਾਹਿਬਾਨਾਂ ਦੀ ਗੁਰਬਾਣੀ ਇੱਕ ਥਾਂ ਤੇ ਇਕੱਤਰ ਕੀਤੀ ਹੈ, ਜਾਂ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਸੁੰਦਰ ਅਸਥਾਨ ਦੀ ਰਚਨਾ ਕੀਤੀ ਹੈ, ਇਹ ਬੜਾ ਵੱਡਾ ਕਾਰਜ ਸੀ। ਤੇ ਇਹ ਕਾਰਜ ਕਿਵੇਂ ਪੂਰਾ ਹੋਇਆ ਹੈ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੱਚਖੰਡ ਦੇ ਵਿੱਚੋਂ ਪਰਮੇਸ਼ਰ ਰੂਪ ਆਪ ਆ ਕਰਕੇ ਇਸ ਸਥਾਨ ਦੇ ਉੱਪਰ ਜੋ ਸ੍ਰੀ ਹਰਿਮੰਦਰ ਸਾਹਿਬ ਦਾ ਬਣਾਉਣਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਲਿਖਣਾ ਹੈ, ਇਹ ਸਾਰਾ ਕੰਮ ਪਰਮੇਸ਼ਰ ਨੇ ਆਪ ਕਰਵਾਇਆ ਹੈ। ਧਾਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਧਰਤੀ ਸੁਭਾਏਵਾਨ ਹੈ, ਸੋਭਾ ਵਾਲੀ ਹੈ, ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਏ। ਇਤਿਹਾਸ ਇਹ ਵੀ ਦੱਸਦਾ ਹੈ ਕਿ ਪੁਰਾਤਨ ਸਮਿਆਂ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅੰਗਦ ਦੇਵ ਜੀਆਂ ਨੂੰ ਮਿਲਣ ਆਇਆ ਕਰਦੇ ਸਨ, ਮਹਾਰਾਜ ਉਧਰੋਂ ਕਰਤਾਰਪੁਰ ਤੋਂ ਤੁਰਿਆ ਕਰਦੇ, ਇਧਰੋਂ ਸੰਗਤ ਜੀ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਤੁਰਿਆ ਕਰਦੇ। ਜੋ ਹਰਿਮੰਦਰ ਸਾਹਿਬ ਸੰਘਣੇ ਰੁੱਖਾਂ ਵਾਲੀ ਥਾਂ ਸੀ, ਬੇਰੀਆਂ ਥੱਲੇ ਬਹਿ ਕਰਕੇ ਬਚਨ ਵਿਲਾਸ ਕਰਿਆ ਕਰਦੇ। ਗੁਰੂ ਨਾਨਕ ਦੇਵ ਜੀਆਂ ਤੋਂ ਲੈ ਕਰਕੇ ਹੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਚਰਨ ਪੈਂਦੇ ਰਹੇ ਨੇ। ਧਰਤ ਸੁਹਾਵੀ ਤਾਲ ਸੁਹਾਵਾ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਇਹ ਧਰਤੀ ਸੋਭਾ ਵਾਲੀ ਹੈ, ਜਿੱਥੇ ਪਰਮੇਸ਼ਰ ਨੇ ਆਪ ਆ ਕਰਕੇ ਸਰੋਵਰ ਦੀ ਸੇਵਾ ਕਰਵਾਈ ਹੈ, ਦੇਵ ਰੂਹਾਂ ਆਈਆਂ ਨੇ। ਔਰ ਤਾਲ ਸੁਹਾਵਾ, ਇਹ ਸਰੋਵਰ ਵੀ ਸੋਭਾ ਵਾਲਾ ਹੈ। ਅੰਮ੍ਰਿਤ ਜਲ ਛਾਇਆ ਰਾਮ, ਇਹ ਸਾਰਾ ਪਾਣੀ ਨਾ ਵੇਖੋ ਭਾਈ, ਇੱਥੇ ਦਿਨ ਰਾਤ ਗੁਰਬਾਣੀ ਪੜ੍ਹੀ ਜਾਂਦੀ ਹੈ। ਉੱਚੀਆਂ ਸੁੱਚੀਆਂ ਰੂਹਾਂ ਇਸ਼ਨਾਨ ਪਾਣ ਕਰਦੀਆਂ ਨੇ। ਇਹ ਤੇ ਭਾਈ ਅੰਮ੍ਰਿਤ ਜਲ ਛਾਇਆ ਰਾਮ, ਇੱਥੇ ਸੰਗਤ ਜੀ ਨਿੰਦਕ ਬੜਾ ਕੁਝ ਕਹਿ ਦਿੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਜੋ ਮੋਹਰ ਲਾ ਦਿੱਤੀ ਹੈ, ਗੁਰੂ ਅਰਜਨ ਦੇਵ ਜੀ ਕਹਿ ਰਹੇ ਭਾਈ ਗੁਰਸਿੱਖੋ, ਇਹ ਧਰਤੀ ਸੁਭਾਏਮਾਨ ਸੋਭਾ ਵਾਲੀ ਹੈ, ਔਰ ਇਹ ਸਰੋਵਰ ਵੀ ਸੋਭਾ ਵਾਲਾ ਹੈ, ਔਰ ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦੇ ਵਿੱਚ ਜੋ ਵਗ ਰਿਹਾ ਹੈ, ਛੱਲਾਂ ਵੱਜ ਰਹੀਆਂ ਨੇ, ਉਹ ਸਾਰਾ ਅੰਮ੍ਰਿਤ ਜਲ ਛਾਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਸਗਲ ਮਨੋਰਥ ਪੂਰੇ। ਫਿਰ ਭਾਈ ਅੰਮ੍ਰਿਤ ਜਲ ਛਾਇਆ ਹੋਇਆ ਹੈ, ਕਿਉਂਕਿ ਪੂਰਨ ਸਾਜ ਬਣਾਇਆ। ਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਸਜਾਇਆ ਹੈ, ਸਾਰੀ ਸੇਵਾ ਕਰਵਾਈ ਹੈ। ਸਗਲ ਮਨੋਰਥ ਪੂਰੇ। ਕੋਈ ਸ਼ਰਧਾ ਭਾਵਨਾ ਨਾਲ ਆ ਕੇ ਇਸ਼ਨਾਨ ਪਾਣ ਕਰੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ, ਤੇ ਸਾਰੀਆਂ ਆਸਾਂ ਮੁਰਾਦਾਂ ਪੂਰਨ ਹੁੰਦੀਆਂ ਨੇ। ਜੈ ਜੈਕਾਰ ਭਇਆ ਜਗ ਅੰਤਰ, ਲਾਖੇ ਸਗਲ ਵਿਸੂਰੇ। ਫਿਰ ਜੈ ਜੈਕਾਰ ਹੋ ਰਹੀ ਹੈ, ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਚਾਰੇ ਦਰਵਾਜ਼ੇ ਖੁੱਲੇ ਨੇ। ਇੱਥੇ ਮੁਸਲਮਾਨ ਆਵੇ, ਹਿੰਦੂ ਆਵੇ, ਈਸਾਈ ਆਵੇ, ਬੋਧੀ ਜੈਨੀ ਆਵੇ, ਆਪਾਂ ਜਾਂਦੇ ਹਾਂ ਦਰਸ਼ਨ ਕਰਨ।
ਤੇ ਵੱਖੋ ਵੱਖਰੀਆਂ ਸਟੇਟਾਂ ਤੋਂ ਦੇਸ਼ਾਂ ਦੇ ਵਿੱਚੋਂ ਸੰਗਤ ਜੀ ਗੋਰੇ ਕਾਲੇ ਆਦਿਕ ਦਰਸ਼ਨ ਕਰਨ ਆਉਂਦੇ ਨੇ। ਜਿਨ੍ਹਾਂ ਨੂੰ ਗੁਰਸਿੱਖੀ ਬਾਰੇ ਰਤੀ ਭਰ ਵੀ ਪਤਾ ਨਹੀਂ ਨਾ, ਉਹ ਵੀ ਏਦਾਂ ਸਿਰ ਢੱਕ ਕਰਕੇ ਹੱਥ ਜੋੜ ਕੇ ਲੱਗੇ ਹੁੰਦੇ ਨੇ ਪੰਗਤਾਂ ਵਿੱਚ ਬਰਤਨਾਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਵਰਤਾਵੇ ਦੀ ਸੇਵਾ ਕਰਦੇ ਅਕਸਰ ਹੀ ਆਪਾਂ ਵੇਖੇ ਨੇ। ਜੈ ਜੈਕਾਰ ਭਇਆ ਜਗ ਅੰਤਰ, ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ ਸੰਗਤ ਦੀ। ਲਾਥੇ ਸਗਲ ਵਸੂਰੇ, ਤੇ ਇੱਥੇ ਕੋਈ ਵੀ ਆਵੇ ਸਾਰਿਆਂ ਨੂੰ ਇੱਕੋ ਜਿਹਾ ਸਤਿਕਾਰ ਮਾਣ ਮਿਲਦਾ ਹੈ। ਸਾਰਿਆਂ ਨੂੰ ਇੱਕੋ ਪੰਗਤ ਦੇ ਵਿੱਚ ਬਿਠਾ ਕਰਕੇ ਛਕਾਇਆ ਜਾਂਦਾ ਹੈ। ਇੱਕੋ ਦੇਗ ਦਾ ਵਰਤਾਵਾ ਸਾਰਿਆਂ ਤਾਈਂ ਵਰਤਾਇਆ ਜਾਂਦਾ ਹੈ। ਕਿਸੇ ਨਾਲ ਭੇਦ ਭਾਵ ਨਹੀਂ ਕੀਤਾ ਜਾਂਦਾ। ਫਿਰ ਜਿਹੜੇ ਮਨ ਦੇ ਝੋਰੇ ਹਨ, ਇੱਥੇ ਬੈਠ ਕਰਕੇ ਸੰਗਤ ਜੀ ਹਰਿਮੰਦਰ ਸਾਹਿਬ ਵਿੱਚ ਸਤ ਸੰਗਤ ਕਰੀਏ ਤੇ ਮਨ ਹੌਲਾ ਹੋ ਜਾਂਦਾ ਹੈ। ਜਿਹੜਾ ਬੋਝ ਹੈ ਟੈਨਸ਼ਨਾਂ ਦਾ, ਰੋਗਾਂ ਸੋਗਾਂ ਦਾ, ਉਹ ਸਾਰਾ ਹੀ ਦੂਰ ਹੋ ਜਾਂਦਾ ਹੈ। ਭਾਵ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਉਤਰੀਏ ਤੇ ਮਨ ਸੰਗਤ ਜੀ ਪ੍ਰਸੰਨ ਖੁਸ਼ ਹੋ ਜਾਂਦਾ ਹੈ। ਪੂਰਨ ਪਰਖ ਅਟਕ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਪਰ ਭਾਈ ਵੇਦਾਂ ਪੁਰਾਣਾ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਤਾ ਹੈ ਨਾ, ਉਸ ਵਾਹਿਗੁਰੂ ਨੇ ਆ ਕਰਕੇ ਇਹ ਕਾਰਜ ਕੀਤਾ ਹੈ। ਹਰਿਮੰਦਰ ਸਾਹਿਬ ਰਚਿਆ ਹੈ, ਸਰੋਵਰ ਬਣਾਇਆ ਹੈ, ਪੂਰਨ ਸ਼ਕਤੀ ਵਰਤ ਰਹੀ ਹੈ। ਤੇ ਉਸ ਹੀ ਅਕਾਲ ਪੁਰਖ ਵਾਹਿਗੁਰੂ ਦਾ ਜਸ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਗੀ ਸਿੰਘ ਕਰਦੇ ਰਾਤਰੀ ਦੇ ਸਮੇਂ ਤੱਕ ਸੰਗਤ ਜੀ ਜਸ ਹੁੰਦਾ ਹੈ। ਪਰਿਕਰਮਾ ਦੇ ਵਿੱਚ ਬੈਠ ਕਰਕੇ ਸੰਗਤਾਂ ਬੇਹੱਦ ਗੁਰਬਾਣੀ ਪੜ੍ਹਦੀਆਂ ਨੇ। ਸੇਵਾ ਸਿਮਰਨ ਦਾ ਕੋਈ ਹੱਦ ਬੰਨਾ ਨਹੀਂ ਸੰਗਤ ਜੀ। ਵੱਡੀ ਤੋਂ ਵੱਡੀ ਸੇਵਾ ਮਨ ਕਰਕੇ, ਤਨ ਕਰਕੇ, ਧਨ ਕਰਕੇ ਇੱਥੇ ਹੁੰਦੀ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਇਸ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪੌੜੀ ਦੇ ਅਖੀਰ ਦੇ ਉੱਪਰ ਬਖਸ਼ਿਸ਼ ਕਰਦੇ ਨੇ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਇਹ ਤੇ ਆਪਣਾ ਹੀ ਧਰਮ ਪਰਮੇਸ਼ਰ ਨੇ ਰੱਖਿਆ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਪਰਮੇਸ਼ਰ ਵਾਹਿਗੁਰੂ ਨੇ ਇਹ ਇੱਕ ਵੱਖਰਾ ਸਥਾਨ ਪ੍ਰਗਟ ਕੀਤਾ ਹੈ। ਨਹੀਂ ਤੇ ਸੰਗਤ ਜੀ ਮੰਦਿਰਾਂ ਦੇ ਵਿੱਚ ਮੁਸਲਮਾਨਾਂ ਨੂੰ ਜਾਣ ਦੀ ਹਦਾਇਤ ਨਹੀਂ, ਮਸੀਤਾਂ ਦੇ ਵਿੱਚ ਹਿੰਦੂਆਂ ਨੂੰ ਜਾਣ ਦੀ ਹਦਾਇਤ ਨਹੀਂ। ਇੱਦਾਂ ਭਗਵਤ ਗੀਤਾ ਪੜ੍ਹ ਲਈਏ ਤੇ ਮੁਸਲਮਾਨਾਂ ਦੇ ਭਲੇ ਦਾ ਇੱਕ ਵੀ ਸ਼ਬਦ ਦਰਜ ਨਹੀਂ। ਕੁਰਾਨ ਸ਼ਰੀਫ ਪੜ੍ਹ ਲਈਏ ਤੇ ਹਿੰਦੂਆਂ ਦੇ ਭਲੇ ਦਾ ਵੀ ਇੱਕ ਵੀ ਸ਼ਬਦ ਨਹੀਂ। ਵੱਖੋ ਵੱਖਰੇ ਨੇ, ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਨੇ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਹੈ। ਭਾਈ ਕੋਈ ਵੀ ਭੈੜੇ ਕਰਮ ਕਰੇਗਾ, ਭਾਵੇਂ ਗੁਰੂ ਕਾ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਉਹਨੂੰ ਉਸ ਦਾ ਖਮਿਆਜਾ ਭੁਗਤਣਾ ਪਵੇਗਾ ਹੀ ਪਵੇਗਾ। ਜੋ ਵੀ ਸ਼ਰਧਾ ਭਾਵਨਾ ਰੱਖ ਕੇ ਆਵੇਗਾ, ਵੇਖੋ ਸ਼ਰਧਾ ਵਿਖਾਈ ਹੈ। ਭਾਈ ਮਰਦਾਨੇ ਨੇ ਮੁਸਲਮਾਨ ਸੀ, ਗੁਰੂ ਨਾਨਕ ਦੇ ਨਾਲ ਜੁੜਿਆ ਹੈ ਤੇ ਗੁਰਸਿੱਖ ਬਣ ਗਿਆ। ਹਿੰਦੂ ਸੀ ਭਾਈ ਬਾਲਾ, ਭਾਵਨਾ ਵਿਖਾਈ, ਗੁਰੂ ਨਾਨਕ ਮਹਾਰਾਜ ਦੀ ਸੰਗਤ ਕੀਤੀ ਹੈ ਤੇ ਗੁਰੂ ਕਾ ਸਿੱਖ ਬਣ ਗਿਆ। ਇੱਦਾਂ ਸੱਚੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਇੱਥੇ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੈ, ਕਿਸੇ ਅਧੂਰੇ ਦੀ ਗੱਲ ਨਹੀਂ, ਪੂਰੇ ਦੀ। ਜਿਸ ਨੇ ਇਹ ਜੀਵਨ ਬਖਸ਼ਿਆ ਹੈ, ਜਿਸ ਨੇ ਰੋਜੀ ਰੋਟੀ ਦਿੱਤੀ ਹੈ, ਜਿਸ ਨੇ ਸਾਨੂੰ ਰਹਿਣ ਸਹਿਣ ਲਈ ਸੰਗਤ ਦੀ ਸੁੰਦਰ ਘਰ-ਬਾਰ ਬਖਸ਼ੇ ਨੇ, ਧਨ ਮਾਇਆ ਬਖਸ਼ੀ ਹੈ। ਸਭ ਤੋਂ ਜ਼ਰੂਰੀ ਸਾਡੇ ਜਿਉਂਦੇ ਰਹਿਣ ਦੇ ਸਵਾਸ ਬਖਸ਼ੇ, ਵੇਖਣ ਲਈ ਅੱਖਾਂ, ਸੁਣਨ ਲਈ ਕੰਨ, ਖਾਣ ਲਈ ਜੀਭਾਂ, ਦੰਦ ਬਖਸ਼ੇ ਨੇ। ਐਸਾ ਪਰਮੇਸ਼ਰ ਇੱਥੇ ਬੈਠਦਾ ਹੈ। ਐਸੇ ਪਰਮੇਸ਼ਰ ਦੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਸਭਾ ਲੱਗਦੀ ਹੈ। ਇੱਥੇ ਲੈਣਾ ਦੇ ਵਿੱਚ ਹਰ ਭਾਂਤ ਭਾਂਤ ਦੇ ਲੋਕ ਲੱਗੇ ਹੁੰਦੇ ਨੇ। ਕੋਈ ਰੋਗੀ ਹੈ, ਸੋਗੀ ਹੈ, ਦੁਖੀਆ ਦੁਖਿਆਰਾ ਹੈ, ਸਾਰਿਆਂ ਦੀ ਇੱਥੇ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ। ਜੋ ਵੀ ਸ਼ਰਧਾ ਭਾਵਨਾ ਨਾਲ ਆਉਂਦੇ ਹਨ। ਚੌਪਈ ਸੁਨ ਸਭ ਹੂੰ ਤਬ ਸੀਸ ਨਿਭਾਇਓ। ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਸੂਹੀ ਰਾਗ ਵਿੱਚ ਇਹ ਹੁਕਮਨਾਮਾ ਸੁਣਾਇਆ ਹੈ, ਸੁਣ ਕਰਕੇ ਸੰਗਤ ਜੀ ਸਾਰਿਆਂ ਨੇ ਹੱਥ ਜੋੜ ਕੇ ਆਪਣੇ ਸਿਰ ਨਿਵਾਏ ਹਨ। ਦੀਨ ਬੰਦ ਪ੍ਰਭ 3 ਲੱਖ ਪਾਇਓ। ਸਾਰੀਆਂ ਸੰਗਤਾਂ ਨੇ ਜਾਣ ਲਿਆ ਕਿ ਦੀਨਾਂ ਗਰੀਬਾਂ ਦੇ ਬੰਧੂ ਹਨ, ਸੰਬੰਧੀ ਹਨ, ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਹੈ। ਪਾਤਸ਼ਾਹ ਭੱਟ ਸਾਹਿਬਾਨਾਂ ਭਗਤਾਂ ਦੀ ਗੁਰਬਾਣੀ ਹੈ।
ਇਹ ਸਾਰਿਆਂ ਤੋਂ ਸਾਂਝਾ ਉਪਦੇਸ਼ ਬਖਸ਼ਦੀ ਹੈ। ਸ੍ਰੀ ਗੁਰ ਕਰਤੇ ਚਮਰ ਫਿਰੰਤ ਜਦੋਂ ਇਸ ਪ੍ਰਕਾਰ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਜੀ ਹੁਕਮਨਾਮਾ ਲੈ ਰਹੇ ਸਨ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਚੌਰ ਸਾਹਿਬ ਕਰਦੇ ਸਨ। ਬੁੱਢਾ ਜਪਜੀ ਪਾਠ ਕਰੰਤਾ ਫਿਰ ਮਹਾਰਾਜ ਜੀਆਂ ਨੇ ਹੋਰ ਮਰਿਆਦਾ ਦੱਸੀ। ਭਾਈ ਘਰ ਦੇ ਵਿੱਚ ਜਦੋਂ ਵੀ ਮਹਾਰਾਜ ਜੀਆਂ ਦਾ ਪ੍ਰਕਾਸ਼ ਕੋਈ ਪਾਠੀ ਸਿੰਘ ਕਰਦਾ ਹੈ ਤੇ ਇਹ ਮਰਿਆਦਾ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ ਕਰਕੇ ਸਭ ਤੋਂ ਪਹਿਲੇ ਤੇ ਅਰਦਾਸ ਕਰਨੀ ਹੈ, ਫਿਰ ਆਗਿਆ ਲੈ ਕਰਕੇ ਪ੍ਰਕਾਸ਼ ਕਰਨਾ ਹੈ, ਫਿਰ ਹੁਕਮਨਾਮਾ ਲੈਣਾ ਹੈ ਔਰ ਹੁਕਮਨਾਮਾ ਲੈਣ ਤੋਂ ਬਾਅਦ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਸੰਗਤ ਜੀ ਪ੍ਰਕਾਸ਼ ਕਰਦੇ ਪਾਠੀ ਸਿੰਘ ਹੁਕਮਨਾਮਾ ਮੂੰਹ ਦੇ ਵਿੱਚ ਲੈ ਕਰਕੇ ਤੇ ਜਿੱਥੋਂ ਸਹਿਜ ਪਾਠ ਛੱਡਿਆ ਹੁੰਦਾ ਹੈ ਸੰਗਤ ਜੀ ਉੱਥੋਂ ਆਰੰਭ ਕਰ ਦਿੰਦੇ। ਪਰ ਨਹੀਂ ਭਾਈ, ਮਹਾਰਾਜ ਦੀ ਇਹ ਮਰਿਆਦਾ ਹੈ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਹੋਵੇ ਨਿਤਨੇਮ ਤੋਂ ਵੱਖਰਾ ਜਿਹੜਾ ਜਪਜੀ ਸਾਹਿਬ ਹੈ ਉਹ ਪੜ੍ਹਿਆ ਜਾਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਹੁਕਮਨਾਮਾ ਲਿਆ ਹੈ। ਹੁਕਮਨਾਮਾ ਲੈਣ ਤੋਂ ਬਾਅਦ ਸੰਗਤ ਜੀ ਸੂਹੀ ਰਾਗ 'ਚ ਹੁਕਮਨਾਮਾ ਲੈਣ ਤੋਂ ਬਾਅਦ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਸੰਗਤ ਧੰਨ ਧੰਨ ਸੁਨ ਕਹੈ ਬਾਬਾ ਬੁੱਢਾ ਸਾਹਿਬ ਜੀਆਂ ਦੇ ਮੁਖੋਂ ਐਸਾ ਸ਼ੁੱਧ ਉਚਾਰਨ ਜਪਜੀ ਸਾਹਿਬ ਦਾ ਸੁਣ ਕਰਕੇ ਸੰਗਤਾਂ ਹੱਥ ਜੋੜ ਕੇ ਧੰਨ ਧੰਨ ਕਹਿੰਦੀਆਂ ਨੇ। ਅਦਕ ਆਨੰਦ ਪ੍ਰੇਮ ਤੇ ਤੇ ਲਹੈ ਜੋ ਵੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਮੁਖੋਂ ਸੁਣਦਾ ਜਾਂਦਾ ਹੈ ਹਿਰਦੇ ਦੇ ਰੋਗ ਸੋਗ ਦੂਰ ਹੋ ਜਾਂਦੇ ਨੇ। ਹਿਰਦੇ ਵਿੱਚ ਆਨੰਦ ਖੁਸ਼ੀਆਂ ਖੇੜੇ ਵਸਦੇ ਨੇ। ਜਪਜੀ ਭੋਗ ਪਾਏ ਜੈਕਾਰ ਜਦੋਂ ਜਪਜੀ ਸਾਹਿਬ ਸੰਗਤ ਜੀ ਸਾਰਾ ਪੜ੍ਹ ਦਿੱਤਾ ਹੈ, ਜਪਜੀ ਸਾਹਿਬ ਦਾ ਭੋਗ ਪਾਇਆ ਹੈ, ਸੀਸ ਨਿਵਾਵਤ ਸਬਨ ਉਚਾਰਾ ਫਿਰ ਸੰਗਤ ਜੀ ਜਕਾਰਾ ਛੱਡਿਆ ਗਿਆ ਹੈ। ਪੁਰਾਤਨ ਸਮਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਜਕਾਰਾ ਲੱਗਦਾ ਸੀ, ਪਰ ਹੁਣ ਤੁਸੀਂ ਜਾ ਕਰਕੇ ਕਿਤੇ ਗੌਰ ਕਰਿਓ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਕੋਈ ਜਕਾਰਾ ਨਹੀਂ ਲੱਗੇਗਾ। ਪਰ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਜਪਜੀ ਸਾਹਿਬ ਦਾ ਭੋਗ ਪਾਇਆ ਜਾਂਦਾ ਸੀ, ਪ੍ਰਕਾਸ਼ ਹੋ ਜਾਂਦਾ ਸੀ, ਫਿਰ ਗੁਰੂ ਕੇ ਸਿੱਖ ਉੱਚੀ ਆਵਾਜ਼ ਦੇ ਵਿੱਚ ਜਕਾਰਾ ਗਜਾਉਂਦੇ ਸਨ। ਸੀਸ ਨਿਵਾਵਤ ਸਬਨ ਉਚਾਰਾ ਤੇ ਸਾਰਿਆਂ ਨੇ ਉਸ ਜਕਾਰੇ ਦਾ ਜਵਾਬ ਜਕਾਰੇ ਵਿੱਚ ਸਿਰ ਨਿਵਾ ਕਰਕੇ ਉੱਚੀ ਆਵਾਜ਼ ਵਿੱਚ ਦਿੱਤਾ ਹੈ। ਅਤ ਆਨੰਦ ਸ੍ਰੀ ਅਰਜਨ ਨਾਥ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਸਾਰ ਦੇ ਮਾਲਕ ਸਤਿਗੁਰੂ ਜੀ ਬੜੇ ਖੁਸ਼ ਹੋਏ ਨੇ। ਭੈ ਕਰਤਾਰਥ ਮਾਨਸ ਨਾਥ ਮਹਾਰਾਜ ਇਸ ਪ੍ਰਕਾਰ ਕਰਤਾਰਥ ਇੱਕ ਮਨ ਇੱਕ ਚਿਤ ਹੋ ਕਰਕੇ ਬੈਠ ਗਏ। ਅਦਕ ਪ੍ਰੇਮ ਤੇ ਗਦ ਗਦ ਹੋਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗਦ ਗਦ ਹੋ ਗਏ ਨੇ, ਕਿਉਂਕਿ ਜੋ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੇਵਾ ਲਾਈ ਸੀ ਗੁਰੂ ਅਰਜਨ ਦੇਵ ਜੀਆਂ ਨੂੰ ਸੁੰਦਰ ਸਰੋਵਰ ਬਣਾਉਣਾ ਹੈ, ਸੁੰਦਰ ਹਰਿਮੰਦਰ ਸਾਹਿਬ ਬਣਾਉਣਾ ਹੈ, ਫਿਰ ਸਾਰੀ ਗੁਰਬਾਣੀ ਇੱਕ ਥਾਂ ਤੇ ਇਕੱਤਰ ਕਰਕੇ ਲਿਖਵਾ ਕਰਕੇ ਹਰਿਮੰਦਰ ਸਾਹਿਬ ਜੀਆਂ ਵਿੱਚ ਪ੍ਰਕਾਸ਼ ਕਰਨਾ ਹੈ। ਜਿਹੜੀ ਇਹ ਵੱਡੀ ਜ਼ਿੰਮੇਵਾਰੀ ਸੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ ਪੂਰੀ ਕਰ ਦਿੱਤੀ। ਬੜੇ ਪ੍ਰਸੰਨ ਹੋਏ ਨੇ। ਗਉਨ ਗਾਨ ਸ੍ਰੀ ਪਰਮੇਸ਼ਰ ਜੋਏ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਔਰ ਜੋ ਪਰਮੇਸ਼ਰ ਦੇ ਗੁਣਗਾਨ ਹੋ ਰਿਹਾ ਹੈ, ਗੁਰਬਾਣੀ ਪੜ੍ਹੀ ਸੁਣੀ ਜਾ ਰਹੀ ਹੈ, ਮਹਾਰਾਜ ਸੁਣਦੇ ਨੇ। ਹਰਿਮੰਦਰ ਤੇ ਨਿਕਸ ਅਗਾਰੀ ਫਿਰ ਮਹਾਰਾਜ ਇਸ ਪ੍ਰਕਾਰ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਚੋਂ ਹੁਕਮਨਾਮਾ ਸੁਣ ਕਰਕੇ ਬਾਹਰ ਆਏ। ਹਰ ਕੀਰਤ ਬਹੁ ਭਾਂਤ ਉਚਾਰੀ ਕਿਉਂਕਿ ਜਿਸ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਬੜੀ ਸੰਗਤ ਜੀ ਪਰਮੇਸ਼ਰ ਦੀ ਕੀਰਤੀ ਕੀਤੀ ਜਾਂਦੀ ਹੈ। ਅੱਜ ਵੀ ਮਹਾਰਾਜ ਜੀਆਂ ਦਾ ਪ੍ਰਕਾਸ਼ ਤਕਰੀਬਨ 5:15 ਵਜੇ ਹੁੰਦਾ ਹੈ, ਪਰ ਜਿਹੜੇ ਦੀਵਾਨ ਹਨ ਸੰਗਤ ਜੀ 2:30-3 ਵਜੇ ਸੱਜ ਜਾਂਦੇ ਨੇ। ਗੁਰੂ ਕੇ ਸਿੱਖ ਇੱਦਾਂ ਕੀਰਤਨ ਆਰੰਭ ਆਸਾ ਦੀ ਵਾਰ ਆਰੰਭ ਕਰ ਦਿੰਦੇ ਨੇ। ਮਹਾਰਾਜ ਦੇ ਆਉਣ ਤੋਂ ਪਹਿਲੇ ਹੀ ਦੀਵਾਨ ਸਜੇ ਹੁੰਦੇ ਨੇ। ਇਸ ਪ੍ਰਕਾਰ ਸੰਗਤਾਂ ਬੈਠੀਆਂ ਹੁੰਦੀਆਂ ਨੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਆਉਂਦੇ, ਫਿਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ, ਹੁਕਮਨਾਮਾ ਹੁੰਦਾ ਹੈ।
ਐਸੀ ਮਰਿਆਦਾ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਸੰਗਤ ਜੀ। ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ ਕਿਵੇਂ ਮਹਾਰਾਜ ਹੋਰ ਮਰਿਆਦਾ ਬਖਸ਼ਦੇ ਨੇ, ਗੁਰਸਿੱਖਾਂ ਨੂੰ ਗੁਰਸਿੱਖੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਇਸ ਭਵਜਲ ਸੰਸਾਰ ਤੋਂ ਤਾਰਦੇ ਹਨ। ਕੀ ਸਿੱਖਿਆ ਦਿੰਦੇ ਕੱਲ੍ਹ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਕਾ ਇਤਿਹਾਸ ਗੁਰੂ ਕਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਇਆ, ਸਬਦੋ ਕਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਆਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਆਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਜਾ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਆਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਜਿਸ ਦੀਆ ਇਹ ਵਡਿਆਈਆ, ਆਹੈ ਨਾਨਕ ਸੁਨਹੁ ਸੰਤਹੁ ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤਦ ਵਸ ਕੀਤੇ। ਕਾਲ ਕੰਟਕ ਮਾਰਿਆ, ਗੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੀ। ਆਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੀ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।